ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਵੀਰਾਂ ਭੈਣਾਂ ਨੂੰ ਸਵਾਗਤ ਹੈ ਜੀ ਤੁਹਾਡਾ ਗੁਰਮਤਿ ਕਲਾਸ ਵਿੱਚ। ਸਾਰਿਆਂ ਭੈਣਾਂ ਵੀਰਾਂ ਨੂੰ ਜੀ ਆਇਆਂ ਆਖਿਆ ਜਾਂਦਾ ਹੈ। ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ, ਜਪਜੀ ਸਾਹਿਬ ਜੀ ਦੀ ਲੜੀਵਾਰ ਵਿਚਾਰ ਅਸੀਂ ਸਾਰੇ ਵੀਰ ਭੈਣਾਂ ਮਿਲ ਕੇ ਕਰ ਰਹੇ ਹਾਂ ਤੇ ਕੱਲ ਤੱਕ ਅਸੀਂ 33 ਪੌੜੀਆਂ ਦੀ ਵਿਚਾਰ ਸਾਂਝੀ ਕਰ ਚੁੱਕੇ ਹਾਂ। ਅੱਜ 34ਵੀਂ ਪੌੜੀ ਦੀ ਵਿਚਾਰ ਆਪ ਜੀ ਦੇ ਨਾਲ ਸਾਂਝੀ ਕਰਾਂਗੇ। ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਰਾਹੀਂ ਗੁਰੂ ਪਾਤਸ਼ਾਹ ਜੀ ਨੇ ਮਨੁੱਖ ਮਾਤਰ ਨੂੰ ਇੱਕ ਗੋਲ ਦਿੱਤਾ ਹੈ ਤੇ ਉਹ ਗੋਲ ਹੈ ਸਚਿਆਰ ਹੋਣ ਦਾ। ਕਿਉਂਕਿ ਸਾਡੀਆਂ ਜਿੰਨੀਆਂ ਵੀ ਦੁਨਿਆਵੀ ਸਮੱਸਿਆਵਾਂ ਨੇ ਉਹਨਾਂ ਦਾ ਇੱਕੋ ਹੀ ਕਾਰਨ ਹੈ ਕਿ ਝੂਠ ਦੇ ਕਾਰਨ ਇਹ ਸਾਰੀਆਂ ਸਮੱਸਿਆਵਾਂ ਨੇ। ਜੇ ਮਨੁੱਖ ਸੱਚ ਦੇ ਨਾਲ ਮਨ ਬਚਨ ਕਰਮ ਕਰਕੇ ਜੁੜ ਜਾਏ ਤਾਂ ਇਹਦੀਆਂ ਜ਼ਿੰਦਗੀ ਦੀਆਂ ਸਾਰੀਆਂ ਸਮੱਸਿਆਵਾਂ ਹੱਲ ਹੋ ਸਕਦੀਆਂ। ਔਰ ਸਚਿਆਰ ਹੋਣ ਦੀ ਸੰਭਾਵਨਾ ਹਰ ਇਨਸਾਨ ਦੇ ਅੰਦਰ ਹੈ। ਕੋਈ ਵੀ ਇਨਸਾਨ ਮਨ ਬਚਨ ਔਰ ਕਰਮ ਕਰਕੇ ਸੱਚ ਦੇ ਨਾਲ ਜੁੜ ਸਕਦਾ ਹੈ। ਸਚਿਆਰ ਹੋਣ ਵਾਸਤੇ ਇੱਕੋ ਇੱਕ ਸਾਧਨ ਹੈ ਤੇ ਉਹ ਹੈ ਹੁਕਮ ਰਜ਼ਾਈ ਚੱਲਣਾ। ਨਾਨਕ ਲਿਖਿਆ ਨਾਲ ਕਿਸੇ ਕਰਮ ਕਾਂਡ ਦੇ ਨਾਲ ਸਚਿਆਰ ਨਹੀਂ ਹੋਇਆ ਜਾ ਸਕਦਾ। ਹੱਠ ਦੇ ਨਾਲ ਸਚਿਆਰ ਨਹੀਂ ਹੋਇਆ ਜਾ ਸਕਦਾ। ਰਜਾ ਦੇ ਵਿੱਚ ਭਾਣੇ ਦੇ ਅੰਦਰ ਤੁਰ ਕੇ, ਰੱਬੀ ਰਜਾ ਵਿੱਚ ਤੁਰ ਕੇ ਹੀ ਸਚਿਆਰ ਹੋਇਆ ਜਾ ਸਕਦਾ ਹੈ। ਜਿਵੇਂ ਕਿ ਕੱਲ ਅਸੀਂ ਵਿਚਾਰ ਵੀ ਕੀਤੀ ਸੀ, ਆਖਣ ਜੋਰ ਪੈਨ ਹੈ ਜੋਰ, ਜੋਰ ਨਾ ਮੰਗਣ ਦੇਣ ਨਾ ਜੋਰ। ਯਾਨੀ ਰਜ਼ਾ ਤੋਂ ਬਾਹਰ, ਇਸ ਸਿਸਟਮ ਤੋਂ ਬਾਹਰ, ਕੁਦਰਤ ਦੀ ਨਿਯਮਾਵਲੀ ਤੋਂ ਬਾਹਰ ਕੁਛ ਵੀ ਕਹਿ ਕੇ ਬੋਲ ਕੇ ਪਾਇਆ ਨਹੀਂ ਜਾ ਸਕਦਾ। ਪਰ ਰੱਬੀ ਰਜ਼ਾ ਅਨੁਸਾਰ ਜ਼ਿੰਦਗੀ ਜੀ ਕੇ ਜੋ ਮਰਜ਼ੀ ਅਸੀਂ ਪਾ ਸਕਦੇ ਹਾਂ। ਵੱਧ ਤੋਂ ਵੱਧ ਅਸੀਂ ਆਪਣਾ ਸਰੀਰਕ, ਮਾਨਸਿਕ, ਬੌਧਿਕ, ਆਤਮਿਕ ਤੌਰ ਤੇ ਵਿਕਾਸ ਕਰ ਸਕਦੇ ਹਾਂ। ਅਨੰਤ ਵਿਕਾਸਤਾ ਦੇ ਮੌਕੇ ਸਾਡੇ ਕੋਲ ਹਰ ਪਲ ਨੇ। ਹਰ ਪਲ ਇਨਸਾਨ ਵਾਸਤੇ ਖੁਸ਼ੀ ਮਾਣਨ ਦਾ ਮੌਕਾ ਹੈ, ਸਚਿਆਰ ਹੋਣ ਦਾ ਮੌਕਾ ਹੈ, ਲੇਕਿਨ ਮਨੁੱਖ ਆਪ ਇਹਨੂੰ ਗਵਾਉਂਦਾ ਰਹਿੰਦਾ ਹੈ। ਤਾਂ ਬਹੁਤੇ ਵਿਸਥਾਰ ਵਿੱਚ ਨਾ ਜਾਂਦਿਆਂ ਹੋਇਆਂ ਅੱਜ ਦੀ ਪੌੜੀ ਅੰਦਰ ਸਾਨੂੰ ਇਹ ਸਮਝਣ ਨੂੰ ਮਿਲੇਗਾ ਕਿ ਧਰਮ ਵਾਸਤਵ ਦੇ ਅੰਦਰ ਕੀ ਹੈ। ਜਿਵੇਂ ਕਿ ਧਰਮ ਦੀ ਡੈਫੀਨੇਸ਼ਨ ਅਸਾਂ ਲਿਖੀ ਸੀ, ਜੇ ਕੋਈ ਵੀਰ ਭੈਣ ਨੋਟ ਕਰਨਾ ਚਾਹੇ ਤਾਂ ਫਿਰ ਆਪ ਨੋਟ ਕਰ ਸਕਦੇ ਹੋ ਕਿ ਧਰਮ ਦੀ ਡੈਫੀਨੇਸ਼ਨ ਕੀ ਹੈ। ਸੱਚ ਨੂੰ ਆਧਾਰ ਬਣਾ ਕੇ ਮਨੁੱਖੀ ਫਰਜ਼ਾਂ ਨੂੰ ਪੂਰੇ ਕਰਨ ਦਾ ਨਾਮ ਧਰਮ ਹੈ। ਸੱਚ ਨੂੰ ਆਧਾਰ ਬਣਾ ਕੇ ਮਨੁੱਖੀ ਫਰਜ਼ਾਂ ਨੂੰ ਪੂਰੇ ਕਰਨ ਦਾ ਨਾਮ ਧਰਮ ਹੈ। ਗੁਰਦੇਵ ਪਾਤਸ਼ਾਹ ਹੁਣ ਇਸ ਪੌੜੀ ਦੇ ਅੰਦਰ ਸਾਨੂੰ ਇਸ ਸੰਸਾਰ ਵੱਲ ਇੱਕ ਝਾਤ ਮਾਰਨ ਵਾਸਤੇ ਪ੍ਰੇਰ ਰਹੇ ਹਨ ਕਿ ਇਸ ਸੰਸਾਰ ਵੱਲ ਇੱਕ ਝਾਤ ਮਾਰੋ। ਇੱਥੇ ਤੁਹਾਨੂੰ ਅਨੰਤ ਚੀਜ਼ਾਂ ਨਜ਼ਰੀ ਆਉਣਗੀਆਂ ਤੇ ਇੱਥੇ ਹਰ ਸ਼ੈ ਕਿਸੇ ਸਿਸਟਮ ਦੇ ਅੰਦਰ ਚੱਲ ਰਹੀ ਹੈ। ਹਰ ਸ਼ੈ ਆਪਣੇ ਫਰਜ਼ ਨੂੰ ਬਾਖੂਬੀ ਨਿਭਾ ਰਹੀ ਹੈ। ਕਿਸੇ ਵੀ ਕੁਦਰਤੀ ਵਰਤਾਰੇ ਦੇ ਅੰਦਰ ਕਿਸੇ ਦੇ ਨਾਲ ਕੋਈ ਵਿਤਕਰਾ ਨਹੀਂ ਹੈ, ਕੋਈ ਉਕਾਈ ਨਹੀਂ ਹੈ। ਬਿਨਾਂ ਉਕਾਈ ਤੋਂ, ਬਿਨਾਂ ਵਿਤਕਰੇ ਤੋਂ, ਬਿਨਾਂ ਭੌ ਤੋਂ ਇਹ ਕੁਦਰਤ ਦਾ ਵਰਤਾਰਾ ਜਿਹੜਾ ਹੈ ਉਹ ਲਗਾਤਾਰ ਚੱਲਦਾ ਜਾ ਰਿਹਾ ਹੈ। ਇਸ ਕੁਦਰਤ ਦੇ ਵਰਤਾਰੇ ਨੂੰ ਬਿਲਕੁਲ ਵੀ ਬਦਲਿਆ ਨਹੀਂ ਜਾ ਸਕਦਾ। ਜੇ ਅਸੀਂ ਆਪਣੇ ਜ਼ੋਰ ਦੇ ਨਾਲ ਚਾਹੀਏ ਇਹਨੂੰ ਬਦਲਣਾ ਤਾਂ ਅਸੀਂ ਬਦਲ ਨਹੀਂ ਪਾਵਾਂਗੇ। ਹਾਂ, ਇਸ ਵਰਤ ਰਹੇ ਵਰਤਾਰੇ ਦੇ ਅੰਦਰ ਅਸੀਂ ਆਪਣੇ ਆਪ ਨੂੰ ਕਿਵੇਂ ਐਡਜਸਟ ਕਰਨਾ ਹੈ, ਇਹਨਾਂ ਕੁਦਰਤੀ ਨਿਯਮਾਂ ਨੂੰ ਸਮਝਣਾ ਹੈ, ਉਹਦੇ ਮੁਤਾਬਕ ਜ਼ਿੰਦਗੀ ਜੀ ਕੇ ਅਸੀਂ ਜੀਵਨ ਅੰਦਰ ਖੁਸ਼ੀਆਂ, ਖੇੜੇ, ਪ੍ਰਸੰਨਤਾ ਹਾਸਲ ਕਰ ਸਕਦੇ ਹਾਂ। ਸਰੀਰਕ, ਮਾਨਸਿਕ, ਬੌਧਿਕ, ਆਤਮਿਕ ਤੌਰ ਤੇ ਵਿਕਾਸ ਕਰ ਸਕਦੇ ਹਾਂ। ਰਾਜਨੀਤਿਕ, ਧਾਰਮਿਕ, ਆਰਥਿਕ, ਸਮਾਜਿਕ ਤੌਰ ਤੇ ਅਸੀਂ ਆਪਣੀਆਂ ਸਮੱਸਿਆਵਾਂ ਦਾ ਸੋਲੂਸ਼ਨ ਲੱਭ ਸਕਦੇ ਹਾਂ। ਤਾਂ ਆਓ ਇਸ ਪਾਵਨ ਪੌੜੀ ਰਾਹੀਂ ਅਸੀਂ ਬਾਣੀ ਦੇ ਨਾਲ ਜੁੜਨ ਦਾ ਯਤਨ ਕਰੀਏ। ਗੁਰਦੇਵ ਜੀ ਪਹਿਲਾ ਬਚਨ ਕਰਦੇ ਹਨ, ਰਾਤੀ ਰੁੱਤੀ ਥਿੱਤੀ ਵਾਰ। ਇਹ ਚਾਰੇ ਹੀ ਸ਼ਬਦ ਜਿਹੜੇ ਨੇ ਇਹ ਪਲੂਰਲ ਨੇ। ਜੇ ਅਸੀਂ ਪੜਾਂਗੇ ਰਾਤੀ ਰੁੱਤੀ ਤਾਂ ਇਹ ਇੱਕ ਵਚਨੀ ਹੋ ਜਾਣਗੇ। ਇਸ ਲਈ ਇਹਨਾਂ ਦੇ ਨਾਲ ਇਹਨਾਂ ਦਾ ਉਚਾਰਨ ਅਸੀਂ ਨਾਸਕੀ ਕਰਾਂਗੇ ਬਿੰਦੀ ਲਗਾ ਕੇ। ਰਾਤੀ
ਰੁੱਤੀ ਥਿੱਤੀ ਵਾਰ, ਕਿ ਇਸ ਸੰਸਾਰ ਦੇ ਅੰਦਰ ਰਾਤਾਂ ਨੇ, ਰੁੱਤਾਂ ਨੇ, ਥਿੱਤਾਂ ਨੇ ਔਰ ਵਾਰ ਨੇ। ਜਦੋਂ ਇਸ ਦੁਨੀਆ ਵੱਲ ਝਾਤ ਮਾਰਾਂਗੇ ਨਾ, ਤਾਂ ਸਾਨੂੰ ਦਿਨ ਔਰ ਰਾਤ ਦਿਸਣਗੇ। ਕਦੇ ਦਿਨ ਹੈ, ਕਦੇ ਰਾਤ ਹੈ। ਦਿਨ ਤੇ ਸਰ ਪਰ ਪਉਸੀ ਰਾਤ, ਰਹਿਣ ਗਈ ਫਿਰ ਹੋਏ ਪ੍ਰਭਾਤ। ਰਾਤਾਂ ਔਰ ਦਿਨ ਬਿਲਕੁਲ ਇੱਕ ਨਿਯਮ ਦੇ ਅੰਦਰ ਚੱਲ ਰਹੇ ਹਨ। ਜਿਵੇਂ ਜਿਵੇਂ ਧਰਤੀ ਆਪਣੇ ਧੁਰੇ ਤੇ ਘੁੰਮਦੀ ਹੈ, ਸੂਰਜ ਦੇ ਸਾਹਮਣੇ ਜਿਹੜਾ ਹਿੱਸਾ ਆਉਂਦਾ ਹੈ, ਸੂਰਜ ਦਾ ਚਾਨਣਾ ਉੱਥੇ ਪੈਂਦਾ ਹੈ, ਉੱਥੇ ਦਿਨ ਹੋ ਜਾਂਦਾ ਹੈ। ਜਿਵੇਂ ਜਿਵੇਂ ਧਰਤੀ ਘੁੰਮਦੀ ਹੈ, ਸੂਰਜ ਦੇ ਚਾਨਣਾ ਦੂਜੇ ਪਾਸੇ ਨੂੰ ਹੁੰਦਾ ਜਾਂਦਾ, ਜਿਵੇਂ ਧਰਤੀ ਦਾ ਪਾਸਾ ਪਰਤਦਾ ਹੈ। ਦੂਜੇ ਪਾਸੇ ਜਿੱਥੇ ਕਿ ਸੂਰਜ ਦਾ ਚਾਨਣਾ ਨਹੀਂ ਪੈਂਦਾ, ਉਧਰ ਹਨੇਰਾ ਹੋ ਜਾਂਦਾ ਹੈ, ਰਾਤ ਹੋ ਜਾਂਦੀ ਹੈ। ਇੱਕ ਨਿਯਮ ਦੇ ਅੰਦਰ ਚੱਲ ਰਹੀ ਹੈ। ਰਾਤਾਂ ਔਰ ਦਿਨ ਨਿਯਮ ਦੇ ਵਿੱਚ ਨੇ ਔਰ ਬਾਖੂਬੀ ਆਪਣੀ ਡਿਊਟੀ ਨਿਭਾ ਰਹੇ ਨੇ। ਧਰਤੀ ਆਪਣੀ ਡਿਊਟੀ ਨਿਭਾ ਰਹੀ ਹੈ। ਦਿਨ ਦੇ ਵਿੱਚ ਬੰਦਾ ਕਰਮ ਕਰਦਾ ਹੈ, ਰਾਤ ਨੂੰ ਬੰਦਾ ਆਰਾਮ ਕਰਦਾ ਹੈ। ਜਿਵੇਂ ਜਿਵੇਂ ਵਿਕਾਸ ਹੋਇਆ, ਅਸੀਂ ਲਾਈਟ ਦੀ ਖੋਜ ਕੀਤੀ ਤੇ ਲਾਈਟ ਦੀ ਖੋਜ ਤੋਂ ਬਾਅਦ ਮਨੁੱਖ ਨੂੰ ਬੜੀ ਖੁਸ਼ੀ ਹੋਈ ਕਿ ਉਹ ਰਾਤ ਨੂੰ ਵੀ ਸਫ਼ਰ ਕਰ ਪਾਏਗਾ। ਰਾਤ ਨੂੰ ਵੀ ਦੁਕਾਨਾਂ ਆਦਿ ਖੁੱਲ ਸਕਣਗੀਆਂ, ਰਾਤ ਦੀਆਂ ਵੀ ਨਾਈਟ ਸ਼ਿਫਟਾਂ ਲੋਕ ਲਗਾਉਂਦੇ ਹਨ। ਤੋਂ ਕਹਿਣ ਤੋਂ ਭਾਵ ਕਿ ਇਹ ਸਾਰਾ ਇੱਕ ਨਿਯਮਾਵਲੀ ਦੇ ਅੰਦਰ ਹੋ ਰਿਹਾ ਹੈ। ਹੁਣ ਇਹ ਚੀਜ਼ ਸਮਝਣ ਵਾਲੀ ਹੈ ਕਿ ਕੋਈ ਮਨੁੱਖ ਇਸ ਰਾਤ ਨੂੰ ਖਰੀਦ ਸਕਦਾ ਹੈ। ਕਿ ਕਿਸੇ ਬੰਦੇ ਨੂੰ ਤਕਲੀਫ ਹੋ ਰਹੀ ਹੋਵੇ, ਬੁਖਾਰ ਹੋਵੇ ਜਾਂ ਕੋਈ ਹੋਰ ਤਕਲੀਫ ਹੈ, ਉਸਨੇ ਡਾਕਟਰ ਦੇ ਕੋਲ ਜਾਣਾ ਹੈ ਤੇ ਉਹ ਕਹੇ ਕਿ ਮੈਂ ਪੈਸੇ ਭਰ ਦਿਆਂ ਤੇ ਇਹ ਰਾਤ ਜਲਦੀ ਖਤਮ ਹੋ ਜਾਏ ਤੇ ਸਵੇਰ ਦੇ ਜਲਦੀ 10 ਵੱਜ ਜਾਣ ਤੇ ਹਸਪੀਟਲ ਪਹੁੰਚ ਜਾਵਾਂ। ਕੀ ਐਸਾ ਹੋ ਸਕਦਾ ਹੈ? ਬਿਲਕੁਲ ਨਹੀਂ ਹੋ ਸਕਦਾ। ਜੇ ਕੋਈ ਜਪ ਤਪ ਕਰੇ ਤੇ ਰਾਤ ਨੂੰ ਵਧਾਣਾ ਜਾਂ ਘਟਾਣਾ, ਚਾਹੇ ਵੀ ਰਾਤ 12 ਦੀ ਬਜਾਏ 14 ਜਾਂ 15 ਘੰਟੇ ਦੀ ਹੋ ਜਾਏ ਜਾਂ 4 ਘੰਟੇ ਦੀ ਰਹਿ ਜਾਵੇ, ਤਾਂ ਇਹਨੂੰ ਤੁਸੀਂ ਬਦਲ ਨਹੀਂ ਸਕਦੇ। ਇੱਕ ਨਿਯਮ ਦੇ ਅੰਦਰ ਹੈ। ਹਾਂ, ਰਾਤ ਦਾ ਅਸੀਂ ਪ੍ਰਯੋਗ ਕਰ ਸਕਦੇ ਹਾਂ। ਰਾਤ ਨੂੰ ਅਸੀਂ ਜੋ ਕੰਮ ਕਰਨਾ ਹੈ, ਆਰਾਮ ਕਰਨਾ ਹੈ ਜਾਂ ਕੁਛ ਵੀ, ਉਹ ਅਸੀਂ ਕਰ ਸਕਦੇ ਹਾਂ। ਲੇਕਿਨ ਇਸ ਨਿਯਮ ਨੂੰ ਅਸੀਂ ਬਦਲ ਨਹੀਂ ਸਕਦੇ। ਤਾਂ ਇਹ ਇੱਕ ਅਬਦਲ ਨਿਯਮ ਹੈ। ਇਸ ਨਿਯਮ ਦੇ ਅੰਦਰ ਰਾਤਾਂ ਨੇ, ਰੁੱਤਾਂ ਆ ਰਹੀਆਂ ਨੇ। ਤਾਂ ਰੁੱਤ ਜਿਹੜੀ ਹੈ ਉਹ ਕਿਸੇ ਨਿਯਮ ਦੇ ਅੰਦਰ ਹੈ। ਗਰਮੀ, ਸਰਦੀ, ਬਰਸਾਤ, ਬਸੰਤ ਜਾਂ ਹੋਰ ਅਨੇਕਾਂ ਰੁੱਤਾਂ ਨੇ। ਤਾਂ ਨਿਯਮ ਦੇ ਅੰਦਰ ਨੇ, ਨਿਯਮਾਵਲੀ ਦੇ ਅੰਦਰ ਨੇ। ਜੇ ਕੋਈ ਚਾਹੇ ਕਿ ਮੈਨੂੰ ਗਰਮੀ ਨਹੀਂ ਪਸੰਦ, ਗਰਮੀ ਮੇਰੀ ਸਕਿਨ ਨੂੰ ਪ੍ਰੋਬਲਮ ਕਰਦੀ ਹੈ, ਗਰਮੀ ਵਿੱਚ ਮੇਰੀ ਸਕਿਨ ਪ੍ਰੋਬਲਮ ਕ੍ਰੀਏਟ ਹੁੰਦੀ ਹੈ, ਪਿੱਤ ਨਿਕਲਦੀ ਹੈ, ਚਮੜੀ ਸੜਦੀ ਹੈ, ਤੇ ਗਰਮੀ ਨਹੀਂ ਚਾਹੀਦੀ, ਮੇਰੇ ਵਾਸਤੇ ਬਸੰਤ ਬਹਾਰ ਠੀਕ ਹੈ। ਮੈਂ ਨਹੀਂ ਚਾਹੁੰਦਾ ਗਰਮੀ, ਮੈਂ ਇਹਨੂੰ ਬਸੰਤ ਵਿੱਚ ਬਦਲਣਾ ਚਾਹੁੰਦਾ, ਤਾਂ ਕਿਵੇਂ ਬਦਲੋਗੇ? ਕੋਈ ਸਾਧਨ ਨਹੀਂ ਹੈ। ਕੋਈ ਅਮੀਰ ਤੋਂ ਅਮੀਰ ਬੰਦਾ ਚਾਹੇ ਤਾਂ ਉਹ ਇਸ ਰੁੱਤ ਨੂੰ ਬਦਲ ਨਹੀਂ ਪਾਏਗਾ। ਉਹ ਰੁੱਤ ਨੇ ਆਪਣੇ ਨਿਯਮ ਦੇ ਅੰਦਰ ਰਹਿਣਾ ਹੈ। ਗਰਮੀ, ਸਰਦੀ ਜਾਂ ਬਸੰਤ, ਜੋ ਵੀ ਕੁਝ ਹੈ ਉਹ ਨਿਯਮ ਦੇ ਅੰਦਰ ਚੱਲ ਰਿਹਾ ਹੈ ਔਰ ਸਾਰਿਆਂ ਵਾਸਤੇ ਇੱਕੋ ਜਿਹੀ ਹੈ। ਜੇ ਟੈਂਪਰੇਚਰ 25 ਹੈ ਤਾਂ ਉਹ ਮੇਰੇ ਵਾਸਤੇ ਵੀ 25 ਹੈ, ਤੁਹਾਡੇ ਵਾਸਤੇ ਵੀ 25 ਹੈ। ਕਦੇ ਇਹ ਨਹੀਂ ਹੋ ਸਕਦਾ ਕਿ ਕੋਈ ਪੜ੍ਹਿਆ ਲਿਖਿਆ ਬੰਦਾ ਕਹੇ ਕਿ ਯਾਰ ਮੈਂ ਤੇ ਪੜ੍ਹਿਆ ਲਿਖਿਆ ਹਾਂ, ਮੈਨੂੰ ਇੰਨੀ ਗਰਮੀ ਕਿਉਂ? ਅਨਪੜ੍ਹਾਂ ਵਾਲੇ ਪਾਸੇ 27-28% ਹੋ ਜਾਏ ਤੇ ਮੇਰੇ ਘਰ 22 ਡਿਗਰੀ ਰਹਿ ਜਾਵੇ, ਤਾਂ ਐਸਾ ਨਹੀਂ ਨਾ ਹੋਏਗਾ। ਸਾਰਿਆਂ ਵਾਸਤੇ ਬਰਾਬਰ ਹੀ ਹੈ। ਜੇ 22 ਡਿਗਰੀ ਸੈਲਸੀਅਸ ਤਾਂ 22 ਡਿਗਰੀ ਸੈਲਸੀਅਸ ਹੀ ਹੈ, 25 ਤੇ 25, ਸਾਰਿਆਂ ਵਾਸਤੇ 25। ਜੇ ਸਰਦੀ ਆ ਜਾਏ ਤੇ ਕੋਈ ਚਾਹੇ ਕਿ ਮੈਨੂੰ ਸਰਦੀ ਵਿੱਚ ਜ਼ੁਕਾਮ ਹੋ ਜਾਂਦਾ ਹੈ, ਸਰਦੀ ਦੀ ਮੇਰੇ ਵਾਸਤੇ ਬਿਲਕੁਲ ਵੀ ਠੀਕ ਨਹੀਂ, ਸਨੋ ਪੈ ਜਾਂਦੀ ਹੈ, ਗੜਬੜ ਹੁੰਦੀ ਹੈ, ਤੇ ਸਰਦੀ ਖਤਮ ਹੋ ਜਾਏ ਤਾਂ ਸਰਦੀ ਕਦੇ ਵੀ ਖਤਮ ਨਹੀਂ ਹੋਈ। ਸਰਦੀ ਨੇ ਸਰਦੀ ਹੀ ਰਹਿਣਾ ਹੈ, ਕਿਉਂਕਿ ਕੁਦਰਤ ਦੇ ਅੰਦਰ ਕੁਝ ਨਿਯਮ ਨੇ,
ਉਹਨਾਂ ਨੇਮਾਂ ਦੇ ਅੰਦਰ ਹੀ ਰੁੱਤਾਂ ਨੇ ਤੇ ਕਰਤੇ ਨੇ ਜੋ ਰੁੱਤਾਂ ਬਣਾਈਆਂ ਨੇ, ਕੁਦਰਤ ਦੇ ਨੇਮਾਂ ਦੇ ਅੰਦਰ ਜੋ ਰੁੱਤਾਂ ਨੇ ਉਹਦੇ ਮੁਤਾਬਕ ਇਹ ਸੰਸਾਰ ਚੱਲ ਰਿਹਾ ਹੈ। ਹਰ ਰੁੱਤ ਦੇ ਅੰਦਰ ਪੈਦਾ ਹੋਣ ਵਾਲੀ ਫਸਲ ਹੈ, ਹਰ ਰੁੱਤ ਵਿੱਚ ਪੈਦਾ ਹੋਣ ਵਾਲੇ ਫਲ ਔਰ ਫੁੱਲ ਨੇ, ਔਰ ਉਹਨਾਂ ਹੀ ਰੁੱਤਾਂ ਦੇ ਵਿੱਚ ਹੋ ਸਕਦੇ ਨੇ। ਤਾਂ ਅਸੀਂ ਰੁੱਤ ਨੂੰ ਬਦਲ ਨਹੀਂ ਸਕਦੇ, ਰੁੱਤ ਅਨੁਸਾਰ ਆਪਣੇ ਆਪ ਨੂੰ ਐਡਜਸਟ ਕਰ ਸਕਦੇ ਹਾਂ, ਉਸ ਰੁੱਤ ਦਾ ਅਸੀਂ ਲਾਭ ਲੈ ਸਕਦੇ ਹਾਂ, ਲੇਕਿਨ ਰੁੱਤਾਂ ਨੂੰ ਬਦਲਿਆ ਨਹੀਂ ਜਾ ਸਕਦਾ। ਇਸੇ ਤਰ੍ਹਾਂ ਥਿੱਤਾਂ ਨੇ, ਜਿਵੇਂ ਪੂਰਨਮਾਸ਼ੀ ਤੋਂ ਬਾਅਦ ਪਹਿਲੇ ਦਿਨ ਨੂੰ ਏਕਮ ਕਹਿੰਦੇ ਨੇ, ਦੂਜ ਕਹਿੰਦੇ ਨੇ, ਔਰ ਮੱਸਿਆ ਤੋਂ ਪਹਿਲੇ ਦਿਨ ਅਗਲੇ ਦਿਨ ਨੂੰ ਏਕਮ ਔਰ ਦੂਜ ਕਿਹਾ ਜਾਂਦਾ ਹੈ। ਸੁਦੀ ਔਰ ਵਦੀ ਯਾਨੀ ਮੱਸਿਆ ਤੋਂ ਬਾਅਦ ਔਰ ਪੂਰਨਮਾਸ਼ੀ ਤੋਂ ਬਾਅਦ ਇਹਨਾਂ ਨੂੰ ਕਹਿੰਦੇ ਨੇ ਥਿੱਤਾਂ। 15 ਥਿੱਤਾਂ ਨੇ। ਹੁਣ ਇਹਨਾਂ ਥਿੱਤਾਂ ਨੇ ਸਾਡੇ ਕਹਿਣ ਨਾਲ ਬਦਲਣਾ ਨਹੀਂ, ਸਾਡੇ ਕਹਿਣ ਦੇ ਨਾਲ ਰੁਕਣਾ ਨਹੀਂ। ਵਾਰ ਨੇ 7 ਦੇ 7। ਜੇ ਹੁਣ ਮੈਂ ਕੋਈ ਕੰਮ ਭੁੱਲ ਗਿਆ ਸੋਮਵਾਰ, ਤੇ ਮੈਂ ਕਹਾਂ ਕਿ ਮੈਂ ਹੁਣ ਭੁੱਲ ਗਿਆ ਤੇ ਅੱਜ ਮੰਗਲਵਾਰ ਦੀ ਬਜਾਏ ਹੁਣ ਦੁਬਾਰਾ ਫਿਰ ਸੋਮਵਾਰ ਆ ਜਾਏ, ਤਾਂ ਐਵੇਂ ਸੋਮਵਾਰ ਨੇ ਦੁਬਾਰਾ ਨਹੀਂ ਆਉਣਾ, ਉਹ 7-8 ਦਿਨ ਬਾਅਦ ਹੀ ਆਏਗਾ। ਵਾਰ ਨੂੰ ਮੈਂ ਬਦਲ ਨਹੀਂ ਸਕਦਾ, ਵਾਰ ਨੂੰ ਮੈਂ ਅੱਗੇ ਪਿੱਛੇ ਨਹੀਂ ਕਰ ਸਕਦਾ। ਇਹ ਬਿਲਕੁਲ ਸਾਰੇ ਸਿਸਟਮ ਦੇ ਅੰਦਰ ਚੱਲ ਰਹੇ ਹਨ। ਇਹਨਾਂ ਨੂੰ ਨਾ ਖਰੀਦਿਆ ਜਾ ਸਕਦਾ ਹੈ, ਨਾ ਬਦਲਿਆ ਜਾ ਸਕਦਾ ਹੈ, ਨਾ ਮੰਤਰਾਂ ਨਾਲ, ਨਾ ਜੰਤਰਾਂ ਨਾਲ, ਨਾ ਟੂਣਿਆਂ ਨਾਲ, ਨਾ ਤਵੀਤਾਂ ਨਾਲ, ਨਾ ਪੈਸਿਆਂ ਨਾਲ, ਨਾ ਤਾਕਤ ਨਾਲ, ਨਾ ਕਿਤੇ ਫੌਜਾਂ ਦੀ ਸ਼ਕਤੀ ਦੇ ਨਾਲ ਕੋਈ ਇਹਨਾਂ ਦੇ ਵਿੱਚ ਚੇਂਜਿੰਗ ਕਰ ਸਕਦਾ ਹੈ। ਕਿ ਸਰਦੀ ਦੇ ਵਿੱਚ ਕੋਈ ਬੰਦਾ, ਆਪਣਾ ਕੋਈ ਦੇਸ਼ ਸਰਦੀ ਦੇ ਉੱਤੇ ਹਮਲਾ ਬੋਲ ਦੇਵੇ ਕਿ ਸਰਦੀ ਨੂੰ ਖਤਮ ਕਰਕੇ ਗਰਮੀ ਕਰਨੀ ਹੈ, ਐਸਾ ਕਦੇ ਵੀ ਨਹੀਂ ਹੋਣਾ। ਤਾਂ ਇਹ ਸਾਰਾ ਕੁਛ ਹੁਕਮ ਦੇ ਅੰਦਰ ਹੈ, ਇਹ ਸਾਰਾ ਕੁਛ ਸਿਸਟਮ ਦੇ ਅੰਦਰ ਹੈ। ਇਸ ਚੀਜ਼ ਨੂੰ ਅਸੀਂ ਗੌਰ ਦੇ ਨਾਲ ਵੇਖਣਾ ਹੈ, ਪੂਰੀ ਦੁਨੀਆ ਨੂੰ ਗੌਰ ਦੇ ਨਾਲ ਵੇਖੋ, ਸਾਰਾ ਕੁਛ ਸਿਸਟਮ ਵਿੱਚ ਹੈ ਨਾ। ਇਸੇ ਨੂੰ ਕਹਿੰਦੇ ਨੇ ਹੁਕਮੇ ਅੰਦਰ ਸਭ ਕੋ। ਹਰ ਇਨਸਾਨ ਹੀ ਹੁਕਮ ਦੇ ਅੰਦਰ ਰਹੇਗਾ, ਇਹਨੂੰ ਕੋਈ ਨਹੀਂ ਚੇਂਜ ਕਰ ਸਕਦਾ। ਦੇਖੋ ਦੁਨੀਆ ਵਿੱਚ ਜੇ ਕੋਈ ਬਾਬਾ ਜਿਹਨੂੰ ਅਸੀਂ ਮੰਨਦੇ ਹਾਂ ਬਹੁਤ ਵੱਡੀਆਂ ਸ਼ਕਤੀਆਂ ਵਾਲਾ ਹੈ, ਵੱਡੇ ਮਹਾਂਪੁਰਸ਼, ਛੋਟੇ ਮਹਾਂਪੁਰਸ਼ ਕਿੰਨੇ ਨੇ, ਕੀ ਕੋਈ ਦਿਨ ਨੂੰ ਜਾਂ ਰਾਤ ਨੂੰ ਰੋਕ ਸਕਦਾ ਹੈ, ਬਦਲ ਸਕਦਾ ਹੈ? ਕੀ ਜਾਂ ਸਰਦੀ ਔਰ ਗਰਮੀ ਨੂੰ ਬਦਲ ਸਕਦਾ ਹੈ? ਕਦੇ ਵੀ ਨਹੀਂ। ਯਾਨੀ ਹੁਕਮ ਦੇ ਅੰਦਰ ਹੈ, ਸਾਰਾ ਕੁਝ ਸਿਸਟਮ ਦੇ ਵਿੱਚ ਹੈ। ਅਗਲਾ ਬਚਨ ਕਰਦੇ ਨੇ, ਪਵਨ, ਪਾਣੀ, ਅਗਨੀ, ਪਾਤਾਲ। ਪਵਨ ਦਾ ਮਤਲਬ ਹਵਾ। ਜੋ ਹਵਾ ਹੈ ਉਹ ਸਿਸਟਮ ਦੇ ਅੰਦਰ ਹੈ, ਹੁਕਮ ਦੇ ਅੰਦਰ, ਰਜ਼ਾ ਦੇ ਅੰਦਰ, ਹੁਕਮ ਤੋਂ ਬਾਹਰ ਨਹੀਂ ਹੈ। ਹੁਕਮ ਦੇ ਅੰਦਰ, ਰਜ਼ਾ ਦੇ ਅੰਦਰ ਹੀ ਹਵਾ ਹੈ। ਹੁਣ ਜੇ ਕੋਈ ਚਾਹੇ ਹਵਾ ਨੂੰ ਖਰੀਦਣਾ, ਕਿ ਮੈਂ ਪੈਸਾ ਇਹਨਾਂ ਦੇ ਦੇਣਾ ਤੇ ਹਵਾ ਨੂੰ ਮੈਂ ਖਰੀਦ ਲੈਣਾ, ਮੇਰੀ ਗੁਆਂਢੀਆਂ ਦੇ ਘਰ ਹਵਾ ਨਾ ਜਾਏ। ਜੇ ਕੋਈ ਅਮੀਰ ਬੰਦਾ ਚਾਹੇ ਕਿ ਸਾਰੀ ਆਕਸੀਜਨ ਦੇ ਪੈਸੇ ਮੈਂ ਦੇ ਦਿੰਨਾ ਤੇ ਜਿਹੜੇ ਪੜੋਸੀ ਨੇ, ਗਰੀਬ ਨੇ, ਉਹਨਾਂ ਨੂੰ ਆਕਸੀਜਨ ਨਾ ਮਿਲੇ, ਕੀ ਐਸਾ ਹੋ ਸਕਦਾ ਹੈ? ਐਸਾ ਕਦੇ ਨਾ ਹੋਇਆ, ਨਾ ਹੀ ਹੋਏਗਾ। ਹਵਾ ਨੇ ਇੱਕ ਸਿਸਟਮ ਦੇ ਅੰਦਰ ਚੱਲਣਾ ਹੈ, ਇੱਕ ਸਿਸਟਮ ਦੇ ਅੰਦਰ ਵਗਣਾ ਹੈ। ਹਾਂ, ਹਵਾ ਦੇ ਸਿਸਟਮ ਨੂੰ ਸਮਝ ਕੇ ਅਸੀਂ ਉਹਦਾ ਲਾਭ ਉਠਾ ਸਕਦੇ ਹਾਂ। ਹੁਣ ਜਿਸ ਤਰ੍ਹਾਂ ਪਹਿਲਾਂ ਪਵਨ ਚੱਕੀਆਂ ਹੁੰਦੀਆਂ ਸਨ, ਹਵਾ ਦੇ ਨਾਲ ਚੱਲਣ ਵਾਲੀਆਂ ਚੱਕੀਆਂ, ਆਟਾ ਪੀਸਦੇ ਸਨ। ਇਹਨਾਂ ਦੇਸ਼ਾਂ ਦੇ ਵਿੱਚ ਵੀ ਹਵਾ ਦੇ ਨਾਲ ਚੱਲਣ ਵਾਲੇ ਉਹ ਯੰਤਰ ਲਗਾਏ ਨੇ, ਮੈਨੂੰ ਨਾਮ ਦਾ ਨਹੀਂ ਪਤਾ, ਵੱਡੇ ਵੱਡੇ ਪੱਖੇ ਜੋ ਹਵਾ ਨਾਲ ਚੱਲਦੇ ਨੇ, ਬਿਜਲੀ ਪੈਦਾ ਕਰਦੇ ਨੇ। ਹਵਾ ਦੇ ਨਾਲ ਅਸੀਂ ਜਿੰਦਾ ਹਾਂ, ਇਹਦਾ ਲਾਭ ਉਠਾਇਆ ਜਾ ਸਕਦਾ ਹੈ, ਇਹਦੇ ਨਾਲ ਅਸੀਂ ਜਿੰਦਾ ਰਹਿ ਰਹੇ ਹਾਂ। ਜੇ ਅਸੀਂ ਚਾਹੀਏ ਕਿ ਹਵਾ ਤੋਂ ਬਿਨਾਂ, ਆਕਸੀਜਨ ਤੋਂ ਬਿਨਾਂ ਜਿੰਦਾ ਤਾਂ ਨਹੀਂ ਰਹਿ ਸਕਾਂਗੇ। ਇਹ ਹਵਾ ਵੀ ਕਿਸੇ ਸਿਸਟਮ ਦੇ ਅੰਦਰ ਹੈ, ਸਿਸਟਮ ਤੋਂ ਬਾਹਰ ਨਹੀਂ ਹੈ। ਪਾਣੀ, ਹੁਣ ਪਾਣੀ ਦੇਖੋ ਨੀਵੇਂ ਪਾਸੇ ਚੱਲ ਰਿਹਾ ਹੈ। ਜੇ ਅਸੀਂ ਇਹਨੂੰ ਉਤਾਂ ਨੂੰ ਲੈ ਜਾਣਾ ਚਾਹੀਏ ਤਾਂ ਸਾਨੂੰ ਕਿਸੇ ਪੰਪ ਵਗੈਰਾ ਦੀ ਜ਼ਰੂਰਤ ਪਵੇਗੀ। ਪਾਣੀ ਦੇ 2-3 ਗੁਣ ਨੇ। ਨਿਮਰਤਾ ਹੈ, ਨਿਵਾਣ ਵਾਲੇ ਪਾਸੇ ਚੱਲਦਾ ਹੈ। ਪਾਣੀ ਦਾ ਮੂਲ ਗੁਣ ਸ਼ੁੱਧਤਾ ਹੈ, ਪਾਣੀ ਦਾ ਮੂਲ ਗੁਣ ਸ਼ੀਤਲਤਾ ਹੈ। ਇਹ ਉਹਦੇ ਮੂਲ ਗੁਣ ਨੇ। ਤਾਂ ਪਲ ਦੋ ਪਲ ਵਾਸਤੇ ਹਾਲਾਤ ਨੂੰ ਕਬੂਲਦਾ ਹੈ, ਗਰਮੀ ਵਿੱਚ ਗਰਮ, ਸਰਦੀ ਵਿੱਚ ਠੰਡਾ ਹੁੰਦਾ ਹੈ, ਪਰ ਮੂਲ ਗੁਣ ਉਹਦੇ ਆਪਣੇ ਨੇ।
ਪਾਣੀ ਸਿਸਟਮ ਦੇ ਅੰਦਰ ਚੱਲ ਰਿਹਾ ਹੈ। ਜੇ ਪਾਣੀ ਬਣ ਰਿਹਾ ਹੈ H2O ਦਾ ਫਾਰਮੂਲਾ ਹੈ ਤੇ ਉਹ ਸਿਸਟਮ ਦੇ ਵਿੱਚ ਹੈ। ਪਾਣੀ ਦੇ ਸਿਸਟਮ ਦੇ ਵਿੱਚ ਹੀ ਸਾਨੂੰ ਜੀਵਨ ਦਾਨ ਦੇ ਰਿਹਾ ਹੈ ਪਾਣੀ ਪਿਤਾ ਜਗਤ ਦਾ। ਹੁਣ ਅਸੀਂ ਪਵਨ ਔਰ ਪਾਣੀ ਜਿਹੜੇ ਨੇ ਇਹ ਬਿਲਕੁਲ ਨਿਰਵੈਰ ਵੀ ਨੇ ਔਰ ਨਿਰਭਉ ਵੀ ਨੇ। ਕਿਸੇ ਦੇ ਡਰ ਦੇ ਨਾਲ ਪਾਣੀ ਨੇ ਆਪਣੇ ਸੁਭਾਅ ਨੂੰ ਨਹੀਂ ਬਦਲਣਾ। ਕਿਸੇ ਦੇ ਡਰ ਦੇ ਨਾਲ ਹਵਾ ਨੇ ਆਪਣੇ ਰੁਖ ਨੂੰ ਜਾਂ ਸੁਭਾਅ ਨੂੰ ਨਹੀਂ ਬਦਲਣਾ। ਇੱਕ ਗੱਲ ਚੇਤੇ ਰੱਖਣ ਵਾਲੀ ਹੈ, ਪਵਨ ਜਦੋਂ ਵਹਿੰਦੀ ਹੈ ਤੇ ਸਾਰਿਆਂ ਨੂੰ ਬਰਾਬਰ ਲੱਗਦੀ ਹੈ। ਇਹਦੇ ਤੋਂ ਅਸੀਂ ਸਿੱਖਿਆ ਲੈ ਸਕਦੇ ਹਾਂ। ਹਵਾ ਵਰਗੀ ਅਸੀਂ ਆਪਣੀ ਜ਼ਿੰਦਗੀ ਬਣਾ ਸਕਦੇ ਹਾਂ। ਸੀਤ ਮੰਦ ਸੁਗੰਧ ਚਲਿਓ ਸਰਬ ਥਾਨ ਸਮਾਨ, ਜਹਾਂ ਸਾ ਕਿਛ ਤਹਾਂ ਲਾਗਿਓ ਤਿਲ ਨਾ ਸ਼ੰਕਾ ਮਾਨ। ਜਦੋਂ ਮੰਦ ਮੰਦ ਸ਼ੀਤਲ ਸ਼ੀਤਲ ਪਵਨ ਚੱਲਦੀ ਹੈ ਤਾਂ ਰਾਉ ਰੰਕ ਨੂੰ ਬਰਾਬਰ ਲੱਗਦੀ ਹੈ। ਰੰਚਕ ਮਾਤਰ ਵੀ ਸ਼ੰਕਾ ਨਹੀਂ ਉਹਦੇ ਮਨ ਵਿੱਚ ਅਮੀਰ ਗਰੀਬ ਦਾ। ਤਾਂ ਅਸੀਂ ਹਵਾ ਵਰਗਾ ਸੁਭਾਅ ਬਣਾ ਸਕਦੇ ਹਾਂ। ਅਸੀਂ ਨਿਰਵੈਰ ਹੋ ਕੇ ਸਾਰਿਆਂ ਦੇ ਨਾਲ ਇੱਕ ਜੈਸਾ ਜੀਵਨ ਦੇਣ ਵਾਲਾ ਸੁਭਾਅ ਬਣਾ ਸਕਦੇ ਹਾਂ। ਅਸੀਂ ਸਿੱਖ ਸਕਦੇ ਹਾਂ, ਨਾ ਸਿੱਖੀ ਸਾਡੀ ਮਰਜ਼ੀ। ਪਾਣੀ ਸਭ ਨੂੰ ਜੀਵਨ ਦਾਨ ਦੇ ਰਿਹਾ ਹੈ ਤਾਂ ਪਾਣੀ ਤੋਂ ਅਸੀਂ ਇਹ ਗੁਣ ਲੈ ਸਕਦੇ ਹਾਂ, ਸ਼ੁੱਧਤਾ, ਸ਼ੀਤਲਤਾ, ਨਿਮਰਤਾ, ਜੀਵਨ ਦਾਨ ਦੂਜਿਆਂ ਨੂੰ ਦੇਣਾ। ਅਸੀਂ ਸਿੱਖ ਸਕਦੇ ਹਾਂ। ਇਹ ਸਾਰਾ ਸਿਸਟਮ ਵਿੱਚ ਹੈ। ਅਗਨੀ, ਅੱਗ, ਇਹ ਵੀ ਕਿਸੇ ਸਿਸਟਮ ਦੇ ਵਿੱਚ ਹੈ। ਅੱਗ ਦਾ ਆਪਣਾ ਸੁਭਾਅ ਹੈ। ਅੱਗ ਦਾ ਸੁਭਾਅ ਸਾੜਨਾ ਹੈ। ਤਾਂ ਅੱਗ ਨਿਸ਼ਪਕਸ਼ ਵੀ ਹੈ, ਨਿਰਵੈਰ ਵੀ ਹੈ, ਨਿਰਭਉ ਵੀ ਹੈ। ਇਹ ਨਹੀਂ ਕਿ ਜੇ ਗਰੀਬ ਬੰਦਾ ਅੱਗ ਵਿੱਚ ਡਿੱਗ ਜਾਏ ਉਹਨੂੰ ਸਾੜ ਦੇਵੇ ਤੇ ਅਮੀਰ ਨੂੰ ਨਾ ਸਾੜੇ। ਐਸਾ ਨਹੀਂ ਹੈ। ਜਿਹੜਾ ਵੀ ਅੱਗ ਦੇ ਵਿੱਚ ਡਿੱਗੇਗਾ ਉਹਨੂੰ ਸਾੜੇਗੀ, ਉਹਦਾ ਸੁਭਾਅ ਹੈ। ਜੇ ਉਹਨੂੰ ਵਰਤਾਂਗੇ ਰੋਟੀ ਪਾਣੀ ਪਕਾਉਣ ਲਈ ਤਾਂ ਉਸ ਟਾਈਪ ਦੇ ਨਾਲ ਅਸੀਂ ਵਰਤ ਸਕਦੇ ਹਾਂ। ਅੱਗ ਦਾ ਆਪਣਾ ਸੁਭਾਅ ਹੈ। ਉਹ ਆਪਣੇ ਇੱਕ ਕਾਇਦੇ ਕਾਨੂੰਨ ਦੇ ਅੰਦਰ ਸਿਸਟਮ ਵਿੱਚੋਂ ਆਪਣਾ ਫਰਜ਼ ਬਿਲਕੁਲ ਨਿਭਾ ਰਹੀ ਹੈ। ਪਾਤਾਲ, ਪਾਤਾਲ ਦਾ ਮਤਲਬ ਨੀਵੀਆਂ ਥਾਵਾਂ। ਇਹ ਸਾਰਾ ਕੁਝ ਸਿਸਟਮ ਦੇ ਵਿੱਚ ਹੈ। ਤਾਂ ਇਸ ਦੁਨੀਆ ਦੇ ਵਿੱਚ ਸਾਨੂੰ ਕੀ ਨਜ਼ਰੀ ਪਿਆ? ਇੱਥੇ ਰਾਤਾਂ ਨੇ, ਦਿਨ ਨੇ, ਰੁੱਤਾਂ ਨੇ, ਤਿੱਤੀਆਂ ਨੇ, ਵਾਰ ਨੇ, ਹਵਾ ਹੈ, ਪਾਣੀ ਹੈ, ਅੱਗ ਹੈ, ਪਤਾਲ ਹੈ, ਆਕਾਸ਼ ਆਦਿਕ ਨੇ। ਹੁਣ ਗੁਰਦੇਵ ਕਹਿੰਦੇ ਨੇ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਇੱਥੇ ਤਿਸ ਸ਼ਬਦ ਦਾ ਸੱਸੇ ਥੱਲੇ ਔਂਕੜ ਹੈ ਤੇ ਇਹ ਇੱਕ ਵਚਨੀ ਸ਼ਬਦ ਹੈ, ਸਿੰਗੂਲਰ। ਹੁਣ ਉਤਲੇ ਜੋ ਸ਼ਬਦ ਨੇ ਉਹ ਬਹੁਵਚਨੀ ਨੇ। ਤਾਂ ਰਾਤਾਂ, ਰੁੱਤਾਂ, ਥਿੱਤਾਂ, ਵਾਰ, ਪਵਨ, ਪਾਣੀ, ਅਗਨੀ, ਪਾਤਾਲ, ਇਹ ਸਾਰਿਆਂ ਦੇ ਇਕੱਠ ਨੂੰ ਗੁਰੂ ਜੀ ਤਿਸ ਕਹਿ ਰਹੇ ਕਿ ਉਤਲੀਆਂ ਜੋ ਚੀਜ਼ਾਂ ਗਿਣੀਆਂ ਨੇ ਉਸ ਸਾਰੇ ਇਕੱਠ ਦੇ ਅੰਦਰ ਧਰਤੀ ਥਾਪ ਰੱਖੀ। ਧਰਤੀ ਥਾਪ ਰੱਖੀ ਦਾ ਮਤਲਬ ਧਰਤੀ ਨੂੰ ਟਿਕਾ ਰੱਖਿਆ ਹੈ। ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਧਰਤੀ ਵੀ ਹੈ। ਜਿੱਥੇ ਰਾਤਾਂ ਨੇ, ਰੁੱਤਾਂ ਨੇ, ਥਿੱਤਾਂ ਨੇ, ਵਾਰ ਨੇ, ਪਵਨ ਹੈ, ਪਾਣੀ ਹੈ, ਅਗਨੀ ਹੈ, ਪਾਤਾਲ ਹੈ, ਹੋਰ ਖੰਡ ਮੰਡਲ ਬ੍ਰਹਿਮੰਡ ਨੇ, ਇਹਦੇ ਵਿੱਚ ਧਰਤੀ ਵੀ ਹੈ। ਤੇ ਧਰਤੀ ਨੂੰ ਟਿਕਾਇਆ ਕਾਹਦੇ ਲਈ? ਧਰਮਸਾਲ, ਧਰਮਸ਼ਾਲਾ ਦੇ ਰੂਪ ਵਿੱਚ। ਧਰਮ ਦਾ ਮਤਲਬ ਇੱਥੇ ਹੈ ਫਰਜ਼। ਧਰਮਸ਼ਾਲਾ ਜਿੱਥੇ ਫਰਜ਼ ਨਿਭਾਏ ਜਾਂਦੇ ਨੇ। ਸ਼ਾਲਾ ਦਾ ਮਤਲਬ ਪਾਠਸ਼ਾਲਾ, ਸਕੂਲ, ਜਿੱਥੇ ਫਰਜ਼ ਸਿੱਖੇ ਜਾਂਦੇ ਨੇ, ਜਿੱਥੇ ਫਰਜ਼ ਕਮਾਏ ਜਾਂਦੇ ਨੇ। ਕਿਉਂਕਿ ਇੱਥੇ ਹਰ ਚੀਜ਼ ਆਪਣਾ ਫਰਜ਼ ਨਿਭਾ ਰਹੀ ਹੈ, ਆਪਣੀ ਡਿਊਟੀ ਨਿਭਾ ਰਹੀ ਹੈ। ਰਾਤਾਂ ਨਿਭਾ ਰਹੀਆਂ ਨੇ ਡਿਊਟੀ, ਰੁੱਤਾਂ ਨਿਭਾ ਰਹੀਆਂ ਨੇ, ਥਿੱਤਾਂ ਨਿਭਾ ਰਹੀਆਂ ਨੇ, ਵਾਰ ਨਿਭਾ ਰਹੇ ਨੇ, ਪੌਣ, ਪਾਣੀ, ਅਗਨੀ, ਪਾਤਾਲ, ਇਹ ਸਭ ਆਪਣੇ ਆਪਣੇ ਫਰਜ਼ ਪੂਰੇ ਕਰੀ ਜਾ ਰਹੇ ਨੇ ਔਰ ਲਗਾਤਾਰ ਕਰੀ ਜਾ ਰਹੇ ਨੇ। ਤੇ ਧਰਤੀ ਵੀ ਆਪਣਾ ਫਰਜ਼ ਪੂਰਾ ਕਰ ਰਹੀ ਹੈ ਨਾ। ਸੂਰਜ ਦੇ ਚੁਫੇਰੇ ਘੁੰਮ ਰਹੀ ਹੈ, ਆਪਣੀ ਧੁਰੀ ਤੇ ਘੁੰਮ ਰਹੀ ਹੈ। ਜੋ ਅਸੀਂ ਇੱਥੇ ਬੀਜਦੇ ਹਾਂ ਸਾਨੂੰ ਪੈਦਾ ਕਰ ਰਹੀ ਹੈ, ਅਨੇਕਾਂ ਖਣਿਜ ਪਦਾਰਥ ਵਗੈਰਾ ਵਗੈਰਾ ਸਾਨੂੰ ਦੇ ਰਹੀ ਹੈ। ਤਾਂ ਧਰਤੀ ਕੀ ਹੈ? ਧਰਮਸ਼ਾਲ ਹੈ। ਇਹ ਚੀਜ਼ ਸਮਝਣ ਵਾਲੀ ਹੈ। ਇੱਥੇ ਅਸੀਂ ਧਰਮ ਕਮਾਉਣਾ ਹੈ। ਇੱਥੇ ਅਸੀਂ ਧਰਮ ਕਮਾਉਣਾ ਹੈ। ਤੇ ਧਰਮ ਕੀ ਹੋ ਗਿਆ? ਫਰਜ਼, ਨਿਯਮ ਦੇ ਅੰਦਰ ਰਹਿਣਾ, ਰਜ਼ਾ ਦੇ ਅੰਦਰ ਰਹਿਣਾ। ਕਿਉਂਕਿ ਇੱਥੇ ਹਰ ਚੀਜ਼ ਨੇਮ ਦੇ ਅੰਦਰ ਹੈ, ਇਸ ਲਈ ਇਹ ਧਰਮਸ਼ਾਲਾ ਹੈ। ਇੱਥੇ ਅਸੀਂ ਧਰਮ ਕਮਾਉਣਾ ਹੈ। ਧਰਮ ਦਾ ਮਤਲਬ ਹੈ ਫਰਜ਼। ਸੱਚ ਨੂੰ ਆਧਾਰ ਬਣਾ ਕੇ ਮਨੁੱਖੀ ਫਰਜ਼ਾਂ ਨੂੰ ਪੂਰੇ ਕਰਨ ਦਾ ਨਾਮ ਧਰਮ ਹੈ।
ਧਰਮ ਦਾ ਮਤਲਬ ਮਾਲਾ ਫੇਰਨਾ ਨਹੀਂ, ਧਰਮ ਦਾ ਮਤਲਬ ਜਪ ਤਪ ਸੰਜਮ ਸਾਧਨੇ ਨਹੀਂ, ਧਰਮ ਦਾ ਮਤਲਬ ਇੱਥੇ ਸਮਾਧੀਆਂ ਲਾਣੀਆਂ ਨਹੀਂ, ਧਰਮ ਦਾ ਮਤਲਬ ਸੰਸਾਰ ਨੂੰ ਤਿਆਗ ਕੇ ਜੰਗਲਾਂ ਵਿੱਚ ਚਲੇ ਜਾਣਾ ਨਹੀਂ, ਧਰਮ ਦਾ ਮਤਲਬ ਹੈ ਫਰਜ਼। ਇਹਨਾਂ ਚੀਜ਼ਾਂ ਨੂੰ ਆਪਾਂ ਦੁਬਾਰਾ ਰਿਪੀਟ ਕਰਕੇ ਸਮਝ ਲਵੀਏ ਚੰਗੀ ਤਰ੍ਹਾਂ। ਜਿਵੇਂ ਮੈਂ ਪਿੱਛੇ ਬੇਨਤੀ ਕੀਤੀ ਸੀ ਕਿ ਔਰਤ ਦੇ ਕਿੰਨੇ ਸਾਰੇ ਰਿਸ਼ਤੇ ਨੇ। ਕੱਲੀ ਔਰਤ ਹੀ ਨਹੀਂ ਹੈ, ਔਰਤ ਬੇਟੀ ਹੈ, ਔਰਤ ਭੈਣ ਹੈ, ਔਰਤ ਪਤਨੀ ਹੈ, ਔਰਤ ਮਾਂ ਹੈ, ਔਰਤ ਨੂੰਹ ਹੈ, ਸੱਸ ਹੈ, ਦਾਦੀ ਹੈ, ਚਾਚੀ ਮਾਮੀ ਤਾਈ ਹੈ, ਭੈਣ ਹੈ, ਕਿੰਨੇ ਸਾਰੇ ਰਿਸ਼ਤੇ ਨੇ। ਸੱਚ ਨੂੰ ਆਧਾਰ ਬਣਾ ਕੇ ਇਹਨਾਂ ਸਾਰੇ ਫਰਜ਼ਾਂ ਨੂੰ ਇਮਾਨਦਾਰੀ ਨਾਲ ਪੂਰਾ ਕਰਨਾ ਔਰਤ ਦਾ ਧਰਮ ਹੈ। ਸਾਰੀਆਂ ਭੈਣਾਂ ਇੱਕ ਪੇਪਰ ਲੈ ਕੇ ਨਾ ਲਿਖੋ ਕਿ ਚੰਗੀ ਬੇਟੀ ਦੇ ਕੀ ਫਰਜ਼ ਨੇ। ਦੇਖੋ, ਬੇਟੀਆਂ ਤਾਂ ਪਸ਼ੂਆਂ ਦੀਆਂ ਵੀ ਹੁੰਦੀਆਂ ਨੇ, ਬੇਟੀ ਹੋਣਾ ਕੋਈ ਮਹਾਨਤਾ ਨਹੀਂ ਹੈ। ਇਮਾਨਦਾਰੀ ਦੇ ਨਾਲ ਬੇਟੀ ਦੇ ਕੀ ਫਰਜ਼ ਨੇ, ਚੰਗੀ ਬੇਟੀ ਦੇ। ਸਾਰੀਆਂ ਬੇਟੀਆਂ ਚੰਗੀਆਂ ਨਹੀਂ ਨਾ ਅਸੀਂ ਕਹਿ ਸਕਦੇ। ਜੋ ਚੰਗੀ ਬੇਟੀ ਹੈ ਉਹਦੇ ਕੀ ਫਰਜ਼ ਨੇ, ਆਪਣੇ ਘਰ ਪੇਪਰਾਂ ਦੇ ਉੱਤੇ ਲਿਖੋ। ਚੰਗੀ ਭੈਣ ਦੇ ਕੀ ਫਰਜ਼ ਨੇ, ਚੰਗੀ ਪਤਨੀ ਦੇ ਕੀ ਫਰਜ਼ ਨੇ, ਚੰਗੀ ਮਾਂ ਦੇ ਕੀ ਫਰਜ਼ ਨੇ, ਚੰਗੀ ਨੂੰਹ ਦੇ, ਚੰਗੀ ਸੱਸ ਦੇ ਕੀ ਫਰਜ਼ ਨੇ, ਉਹ ਫਰਜ਼ ਲਿਖੋ। ਤੇ ਉਹਨਾਂ ਫਰਜ਼ਾਂ ਤੇ ਫਿਰ ਟਿਕ ਮਾਰਕ ਕਰੋ ਕਿ ਤੁਸੀਂ ਕਿਹੜੇ-ਕਿਹੜੇ ਫਰਜ਼ ਪੂਰੇ ਕਰ ਰਹੇ ਹੋ। ਜੇ ਸੱਚ ਨੂੰ ਆਧਾਰ ਬਣਾ ਕੇ ਉਹ ਫਰਜ਼ ਪੂਰੇ ਸਾਰੇ ਕਰ ਰਹੇ ਹੋ ਤਾਂ ਤੁਸੀਂ ਧਰਮੀ ਹੋ, ਰੱਬ ਵਰਗੇ ਹੋ, ਸਚਿਆਰ ਹੋ। ਤੇ ਜੇ ਕਿਤੇ ਫਰਜ਼ਾਂ ਵਿੱਚ ਕੁਤਾਹੀ ਹੈ ਤਾਂ ਉਹਨਾਂ ਗਲਤੀਆਂ ਨੂੰ ਸੁਧਾਰੋ। 10 ਦਿਨ ਵਿੱਚ, 20 ਦਿਨ ਵਿੱਚ, 30 ਦਿਨ ਵਿੱਚ, ਜਿੰਨੇ ਦਿਨਾਂ ਦੇ ਅੰਦਰ ਸੱਚ ਨੂੰ ਆਧਾਰ ਬਣਾ ਕੇ ਮਨੁੱਖੀ ਫਰਜ਼ਾਂ ਨੂੰ ਪੂਰਿਆਂ ਕਰਨਾ ਸ਼ੁਰੂ ਕਰ ਦਿਓਗੇ, ਉਹ ਔਰਤ ਦੁਨੀਆ ਦੀ ਸਭ ਤੋਂ ਚੰਗੀ ਧਰਮੀ ਔਰਤ ਹੋਈ। ਇਸੇ ਤਰ੍ਹਾਂ ਬੰਦਾ ਇਕੱਲਾ ਬੰਦਾ ਨਹੀਂ ਹੈ, ਬੰਦਾ ਕਿਸੇ ਦਾ ਬੇਟਾ ਵੀ ਹੈ, ਭਰਾ ਵੀ ਹੈ, ਪਤੀ ਵੀ ਹੈ, ਚਾਚਾ ਵੀ ਹੈ, ਤਾਇਆ ਵੀ ਹੈ, ਸਹੁਰਾ ਵੀ ਹੈ, ਜਵਾਈ ਵੀ ਹੈ, ਕਿੰਨੇ ਸਾਰੇ ਰਿਸ਼ਤੇ ਨੇ, ਮਾਮਾ ਹੈ, ਨਾਨਕੇ ਦਾਦਕੇ, ਕਿੰਨੇ ਰਿਸ਼ਤੇ ਨੇ। ਹੁਣ ਬੰਦਾ ਵੀ ਲਿਖੇ ਵੀ ਜਿਹੜਾ ਬੇਟਾ ਹੈ ਨਾ, ਬੇਟਾ ਹੋਣਾ ਕੋਈ ਮਹਾਨਤਾ ਨਹੀਂ ਹੈ। ਬੇਟੇ ਤੇ ਪਸ਼ੂਆਂ ਦੇ ਵੀ ਹੁੰਦੇ ਨੇ। ਸਾਰੇ ਬੇਟੇ ਚੰਗੇ ਨਹੀਂ ਨਾ ਹੁੰਦੇ। ਦੁਨੀਆ ਦਾ ਸਭ ਤੋਂ ਚੰਗਾ ਬੇਟਾ, ਉਹਦੀ ਕੀ ਡਿਊਟੀਜ਼ ਨੇ, ਕੀ ਫਰਜ਼ ਨੇ, ਲਿਖੋ। ਚੰਗੇ ਭਰਾ ਦੇ ਕੀ ਫਰਜ਼ ਨੇ, ਚੰਗੇ ਪਤੀ ਦੇ ਕੀ ਫਰਜ਼ ਨੇ, ਚੰਗੇ ਪਿਤਾ ਦੇ ਕੀ ਫਰਜ਼ ਨੇ, ਇਹ ਲਿਖੋ। ਤੇ ਫਿਰ ਨਿਸ਼ਾਨੀਆਂ ਲਾਓ, ਟਿਕ ਮਾਰਕ ਕਰੋ ਕਿ ਤੁਸੀਂ ਕਿਹੜੇ-ਕਿਹੜੇ ਫਰਜ਼ ਨੂੰ ਪੂਰਿਆਂ ਕਰ ਰਹੇ ਹੋ। ਜਿਹੜੇ ਫਰਜ਼ਾਂ ਨੂੰ ਪੂਰਿਆਂ ਨਹੀਂ ਕਰ ਰਹੇ, 10 ਦਿਨ, 20 ਦਿਨ ਜਾਂ 30 ਦਿਨ ਦੇ ਅੰਦਰ ਇਮਾਨਦਾਰੀ ਨਾਲ ਆਪਣੇ ਫਰਜ਼ਾਂ ਨੂੰ ਪੂਰਿਆਂ ਕਰਨਾ ਸ਼ੁਰੂ ਕਰ ਦੇਵੇਗਾ ਜਿਹੜਾ ਬੰਦਾ, ਉਹ ਧਰਮੀ ਹੋਏਗਾ। ਪਹਿਲੀ ਗੱਲ। ਦੂਜੀ ਗੱਲ ਇਹ ਹੈ ਕਿ ਇਹ ਫਰਜ਼ ਕੇਵਲ ਰਿਸ਼ਤਿਆਂ ਤੇ ਖਤਮ ਨਹੀਂ ਹੁੰਦੇ। ਜਿਹੜਾ ਵੱਡਾ ਯੂਨੀਵਰਸ ਹੈ, ਜਿਹੜਾ ਵੱਡਾ ਰੱਬ ਹੈ, ਜਿਹੜਾ ਵੱਡਾ ਯੂਨੀਵਰਸ ਹੈ, ਓਨੇ ਵੱਡੇ ਹੀ ਫਰਜ਼ ਨੇ। ਧਰਮ ਕੋਈ 2.5 ਅਕਸ਼ਰਾਂ ਦਾ ਨਾਮ ਨਹੀਂ ਹੈ। ਜਿਹੜਾ ਵੱਡਾ ਯੂਨੀਵਰਸ ਹੈ, ਓਡੇ ਵੱਡੇ ਹੀ ਫਰਜ਼ ਨੇ। ਹਵਾ ਲਈ ਕੀ ਫਰਜ਼ ਨੇ, ਵਨਸਪਤੀ ਲਈ ਕੀ ਫਰਜ਼ ਨੇ, ਮਨੁੱਖ ਮਾਤਰ ਲਈ ਕੀ ਫਰਜ਼ ਨੇ, ਪਸ਼ੂ ਪੰਛੀਆਂ ਲਈ ਕੀ ਫਰਜ਼ ਨੇ, ਅੜੋਸੀਆਂ ਪੜੋਸੀਆਂ ਲਈ ਕੀ ਫਰਜ਼ ਨੇ, ਸਮਾਜ ਔਰ ਸੰਸਾਰ ਲਈ ਕੀ ਫਰਜ਼ ਨੇ। ਸੱਚ ਨੂੰ ਆਧਾਰ ਬਣਾ ਕੇ ਇਹਨਾਂ ਫਰਜ਼ਾਂ ਨੂੰ ਪੂਰੇ ਕਰਨ ਦਾ ਨਾਮ ਧਰਮ ਹੈ। ਅਸੀਂ ਘਰ ਜਾਂਦੇ ਹਾਂ, ਘਰ ਦੇ ਵਿੱਚ ਅਸੀਂ ਨਿੱਕੇ ਜਿਹੇ ਪੇਪਰ ਦੇ ਨਾਲ ਹੱਥ ਪੂੰਝ ਲੈਂਦੇ ਹਾਂ, ਪਰ ਅਸੀਂ ਗੁਰਦੁਆਰਾ ਸਾਹਿਬ ਆਉਂਦੇ ਹਾਂ, ਹੱਥ ਧੋ ਕੇ 2-3 ਪੇਪਰ ਇਹਨਾਂ ਲੰਮਾ ਕੱਢ ਕੇ ਉਹਦੇ ਨਾਲ ਹੱਥ ਪੂੰਝ ਕੇ ਉਹ ਮਾਰਦੇ ਹਾਂ। ਘਰ ਦੇ ਵਿੱਚ ਟੂਟੀ ਚਲਾਈ ਬੰਦ ਕਰ ਦਿੱਤੀ, ਲੇਕਿਨ ਗੁਰਦੁਆਰਾ ਸਾਹਿਬ ਟੂਟੀ ਚੱਲ ਰਹੀ ਹੈ, ਚੱਲੀ ਜਾਏ, ਕੋਈ ਗੱਲ ਨਹੀਂ, ਤਾਂ ਫਰਜ਼ ਨਾ ਹੋਇਆ। ਘਰ ਦੇ ਵਿੱਚ ਰਹਿ ਕੇ ਵੀ ਤੁਸੀਂ ਸਵੇਰੇ ਬਰਸ਼ ਕਰਨ ਲੱਗੇ, ਤੁਹਾਡਾ ਫੋਨ ਆ ਗਿਆ, ਟੂਟੀ ਔਨ ਕਰਤੀ, ਤੁਸੀਂ ਟੂਟੀ ਚਲਾਤੀ ਪਾਣੀ ਦੀ, ਖੱਬੇ ਹੱਥ ਵਿੱਚ ਬਰਸ਼ ਫੜਿਆ ਹੈ, ਸੱਜੇ ਹੱਥ ਵਿੱਚ ਫੋਨ ਕੰਨ ਨੂੰ ਲਾ ਕੇ 10 ਮਿੰਟ ਤੁਸੀਂ ਗੱਲ ਕਰਦੇ ਰਹੇ ਤੇ 10 ਮਿੰਟ ਟੂਟੀ ਚੱਲਦੀ ਰਹੀ, ਤਾਂ ਤੁਸੀਂ ਧਰਮੀ ਨਹੀਂ ਹੋ। ਕਿਉਂਕਿ 3 ਬੰਦਿਆਂ ਦੇ ਨਹਾਉਣ ਜੋਗਾ ਪਾਣੀ ਤੁਸੀਂ ਬਰਬਾਦ ਕਰ ਦਿੱਤਾ।
ਤੁਸੀਂ ਗੁਰਦੁਆਰੇ ਮੰਦਿਰ ਮਸੀਤ ਵਿੱਚ ਗਏ, ਉੱਥੇ ਤੁਸੀਂ ਪਾਠ ਪੂਜਾ ਕੀਤੀ ਆਪਣੇ ਹਿਸਾਬ ਦੇ ਨਾਲ, ਆਪੋ ਆਪਣੇ ਧਰਮਾਂ ਮੁਤਾਬਕ, ਤੇ ਗੁਰਦੁਆਰੇ ਮੰਦਿਰ ਮਸਜਿਦ ਤੋਂ ਬਾਹਰ ਨਿਕਲ ਕੇ ਟੌਫੀ ਖਾ ਕੇ ਇੱਕ ਕਾਗਜ਼ ਜੇ ਤੁਸੀਂ ਸੜਕ ਤੇ ਸੁੱਟ ਦਿੱਤਾ ਨਾ, ਤਾਂ ਸਮਝ ਲਓ ਤੁਹਾਡੇ ਸਾਰੇ ਕਰਮ ਧਰਮ ਖਤਮ ਹੋ ਗਏ, ਤੁਸੀਂ ਧਰਮੀ ਨਹੀਂ ਹੋ, ਗੰਦਗੀ ਫੈਲਾ ਰਹੇ ਹੋ ਨਾ। ਤਾਂ ਪੂਰਾ ਜਿੱਡਾ ਵੱਡਾ ਯੂਨੀਵਰਸ ਹੈ, ਓਡੇ ਵੱਡੇ ਸਾਡੇ ਫਰਜ਼ ਨੇ। ਇਹ ਪੂਰਾ ਯੂਨੀਵਰਸ ਆਪਣੇ ਫਰਜ਼ਾਂ ਨੂੰ ਨਿਭਾ ਰਿਹਾ ਹੈ, ਪੂਰੀ ਡਿਊਟੀ ਨਿਭਾ ਰਿਹਾ ਹੈ। ਸੇਬ ਦੇ ਪੇੜਾਂ ਨੂੰ ਕਦੀ ਕੇਲੇ ਨਹੀਂ ਲੱਗੇ, ਤੇ ਕੇਲੇ ਦੇ ਪੇੜਾਂ ਨੂੰ ਕਦੀ ਅੰਬ ਨਹੀਂ ਲੱਗੇ। ਹਰ ਫਲ ਆਪੋ ਆਪਣੇ ਮਤਲਬ ਨਿਯਮ ਦੇ ਅੰਦਰ ਹੈ ਨਾ। ਹਰ ਜੀਵ ਜੰਤ ਆਪਣੇ ਫਰਜ਼ ਬਾਖੂਬੀ ਨਿਭਾ ਰਿਹਾ ਹੈ। ਕੁੱਤਿਆਂ ਦੇ ਕੁੱਤਿਆਂ ਵਾਲੇ ਕੰਮ ਨੇ, ਖੋਤੇ ਖੋਤਿਆਂ ਵਾਲੇ ਕੰਮ ਕਰ ਰਹੇ ਨੇ, ਪਸ਼ੂ ਪਸ਼ੂਆਂ ਵਾਲੇ ਕੰਮ ਕਰ ਰਹੇ ਨੇ। ਜਿੰਨੇ ਵੀ ਮੰਦਿਰ ਮਸਜਿਦ ਗੁਰਦੁਆਰੇ ਸਾਹਿਬਾਨ ਨੇ ਜਾਂ ਹੋਰ ਧਰਮ ਸਥਾਨ ਨੇ, ਉਹਨਾਂ ਸਾਰਿਆਂ ਵਿੱਚ ਇੱਕ ਗੱਲ ਕਹੀ ਜਾਂਦੀ ਹੈ ਵੀ ਬੰਦਿਆ ਤੂੰ ਬੰਦਾ ਬਣ। ਇਹਦਾ ਮਤਲਬ ਬੰਦਾ ਬੰਦੇ ਵਾਲੇ ਕੰਮ ਨਹੀਂ ਕਰਦਾ ਪਿਆ ਨਾ, ਬੰਦੇ ਨੂੰ ਸਿਖਾਉਣਾ ਪੈ ਰਿਹਾ। ਤਾਂ ਸੱਚ ਨੂੰ ਆਧਾਰ ਬਣਾ ਕੇ ਮਨੁੱਖੀ ਫਰਜ਼ਾਂ ਨੂੰ ਪੂਰੇ ਕਰਨ ਦਾ ਨਾਮ ਧਰਮ ਹੈ। ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਇਹ ਧਰਮ ਕਮਾਉਣ ਵਾਸਤੇ ਹੈ, ਇਹ ਫਰਜ਼ ਨਿਭਾਉਣ ਵਾਸਤੇ ਹੈ, ਔਰ ਫਰਜ਼ ਨਿਭਾਣੇ ਨੇ ਹੁਕਮ ਦੇ ਅੰਦਰ, ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਹੁਣ ਫਰਜ਼ ਪੂਰੇ ਕਰਨੇ ਨੇ, ਇਹ ਧਰਤੀ ਧਰਮਸਾਲ ਹੈ, ਤੇ ਇੱਥੇ ਮੈਂ ਕੱਲਾ ਨਹੀਂ, ਮੋਹਰ ਸਿੰਘ ਕੱਲਾ ਨਹੀਂ ਹੈ, ਇੱਥੇ ਤੁਸੀਂ ਕਲਾਸ ਵਾਲੇ ਵੀਰ ਭੈਣਾਂ ਵੀ ਹੋ, ਇੱਥੇ ਤੁਸੀਂ ਇਕੱਲੇ ਨਹੀਂ, ਤੁਹਾਡੇ ਅੜੋਸੀ ਪੜੋਸੀ ਵੀ ਨੇ, ਇੱਥੇ ਬਹੁਤ ਵੱਡਾ ਸਮਾਜ ਹੈ, ਬੜੇ ਵੱਡਾ ਸੰਸਾਰ ਹੈ, ਕੇਵਲ ਮਨੁੱਖ ਨਹੀਂ, ਇੱਥੇ ਹੋਰ ਵੀ ਜੀਵ ਜੰਤ ਨੇ। ਤਾਂ ਗੁਰੂ ਜੀ ਕਹਿੰਦੇ ਨੇ ਇਸ ਵਿੱਚ ਜੀ ਜੁਗਤ ਕੇ ਰੰਗ, ਇਹ ਦਾ ਮਤਲਬ ਕਈ, ਇਸ ਧਰਤੀ ਦੇ ਉੱਤੇ ਇਹ ਸਾਰੇ ਜਿੰਨਾ ਵੀ ਵਰਤਾਰਾ ਹੈ, ਇਹਦੇ ਅੰਦਰ ਇਹ ਸਾਰੇ ਇਕੱਠ ਵਿੱਚ, ਜਿੱਥੇ ਰਾਤਾਂ ਨੇ, ਰੁੱਤਾਂ ਨੇ, ਤਿਥੀਆਂ ਨੇ, ਵਾਰ ਨੇ, ਪਵਨ ਪਾਣੀ ਅਗਨੀ ਪਾਤਾਲ ਹੈ, ਜਿਸ ਇਕੱਠ ਦੇ ਵਿੱਚ ਧਰਤੀ ਧਰਮਸਾਲ ਥਾਪੀ ਹੋਈ ਹੈ, ਉਹਦੇ ਵਿੱਚ ਇਕੱਲੇ ਤੁਸੀਂ ਔਰ ਮੈਂ ਨਹੀਂ, ਇਸ ਵਿੱਚ ਜੀ ਇੱਥੇ ਹੋਰ ਬੜੇ ਜੀਵ ਜੰਤ ਨੇ, ਹੋਰ ਮਨੁੱਖ ਮਾਤਰ ਨੇ, ਉਹਨਾਂ ਦੀਆਂ ਭਾਵਨਾਵਾਂ ਵੀ ਤੁਹਾਡੇ ਵਰਗੀਆਂ ਨੇ। ਉਹਨਾਂ ਨੂੰ ਇੱਜ਼ਤ ਮਾਣ ਆਦਰ ਸਤਿਕਾਰ ਚਾਹੀਦਾ, ਜਿਵੇਂ ਤੁਹਾਨੂੰ ਇੱਜ਼ਤ ਮਾਣ ਸਤਿਕਾਰ ਚਾਹੀਦਾ ਨਾ, ਉਹਨਾਂ ਦੀਆਂ ਵੀ ਭਾਵਨਾਵਾਂ ਨੇ। ਦੂਜਿਆਂ ਦੀਆਂ ਭਾਵਨਾਵਾਂ ਦਾ ਖਿਆਲ ਰੱਖੋ। ਇੱਥੇ ਹਰ ਸ਼ੈ ਦੂਜੇ ਨੂੰ ਕੁਛ ਦੇ ਰਹੀ ਹੈ। ਕਦੇ ਸੇਬਾਂ ਨੇ ਆਪਣੇ ਫਲ ਆਪ ਨਹੀਂ ਖਾਦੇ, ਕਦੇ ਐਸਾ ਨਹੀਂ ਹੁੰਦਾ ਵੀ ਕੇਲਾ ਆਪਣੇ ਫਲ ਲਾ ਕੇ ਆਪ ਹੀ ਖਾ ਗਿਆ ਹੋਵੇ, ਦੇ ਰਹੇ ਨੇ, ਧਰਤੀ ਦਾਤਾਂ ਦੇ ਰਹੀ ਹੈ। ਤਾਂ ਇੱਥੇ ਅਨੇਕ ਜੀ ਨੇ, ਉਹਨਾਂ ਜੀਵਾਂ ਦੇ ਅੰਦਰ ਰਹਿ ਕੇ ਤੁਸੀਂ ਆਪਣੇ ਫਰਜ਼ ਪੂਰੇ ਕਰਨੇ ਨੇ। ਜੁਗਤ ਦਾ ਮਤਲਬ ਜੀਵਨ ਦੀ ਜੁਗਤੀ, ਉਹਨਾਂ ਦੀਆਂ ਅਲੱਗ-ਅਲੱਗ ਜੀਵਨ ਦੀਆਂ ਜੁਗਤੀਆਂ ਨੇ, ਅਲੱਗ-ਅਲੱਗ ਜੀਣ ਦਾ ਢੰਗ ਹੈ। ਹੁਣ ਦੇਖੋ, ਜਿਹੜਾ ਮੇਰੇ ਜੀਣ ਦਾ ਢੰਗ ਹੈ, ਮੈਂ ਤੁਹਾਡੇ ਸਾਰਿਆਂ ਤੇ ਨਹੀਂ ਨਾ ਥੋਪ ਸਕਦਾ, ਤੁਸੀਂ ਆਪਣੇ ਜੀਵਨ ਦਾ ਢੰਗ ਮੇਰੇ ਤੇ ਨਹੀਂ ਥੋਪ ਸਕਦੇ ਨਾ। ਤਾਂ ਅਲੱਗ-ਅਲੱਗ ਜੀਵਨ ਦਾ ਢੰਗ ਹੈ, ਇਲਾਕੇ ਨੇ, ਹਰ ਇਲਾਕੇ ਦਾ ਆਪਣਾ ਰਹਿਣ ਸਹਿਣ ਹੈ, ਹਰ ਦੇਸ਼ ਦੇ ਵਿੱਚ ਰਹਿਣ ਸਹਿਣ ਵੱਖਰਾ ਹੈ ਮੌਸਮ ਦੇ ਹਿਸਾਬ ਦੇ ਨਾਲ। ਤਾਂ ਜੀਵਨ ਦਾ ਢੰਗ ਹਰ ਇੱਕ ਦਾ ਵੱਖਰਾ ਵੱਖਰਾ ਹੈ। ਜੇ ਤੁਸੀਂ ਇਹ ਸੋਚੋ ਕਿ ਸਾਰਿਆਂ ਦੀ ਸੋਚ ਮੇਰੇ ਵਰਗੀ ਹੋ ਜਾਏ, ਤਾਂ ਐਸਾ ਕਦੇ ਨਹੀਂ ਹੋਏਗਾ। ਉਹਨਾਂ ਦੇ ਵਿੱਚ ਤੁਹਾਨੂੰ ਐਡਜਸਟ ਕਰਨਾ ਪਵੇਗਾ, ਉਹਨਾਂ ਵਿੱਚ ਰਹਿ ਕੇ ਆਪਣੇ ਫਰਜ਼ ਪੂਰੇ ਕਰਨੇ ਨੇ, ਉਹਨਾਂ ਵਿੱਚ ਰਹਿ ਕੇ ਆਪਣੇ ਫਰਜ਼ ਪੂਰੇ ਕਰਨੇ ਨੇ। ਤੁਹਾਡੇ ਕੀ ਫਰਜ਼ ਨੇ? ਤੁਹਾਡੇ ਵਿੱਚ ਰਹਿ ਕੇ ਮੇਰੇ ਕੀ ਫਰਜ਼ ਨੇ? ਮੈਂ ਆਪਣੇ ਫਰਜ਼ ਪੂਰੇ ਕਰਨੇ ਨੇ, ਕਿਉਂਕਿ ਇੱਥੇ ਹਰ ਸ਼ੈ ਆਪਣਾ ਫਰਜ਼ ਪੂਰਾ ਕਰ ਰਹੀ ਹੈ। ਦਿਨ ਆਪਣਾ ਫਰਜ਼ ਪੂਰਾ ਕਰ ਰਿਹਾ ਹੈ, ਸੂਰਜ ਆਪਣਾ, ਚੰਦਰਮਾ ਆਪਣਾ। ਜੇ ਚੰਦਰਮਾ ਕਵੇ ਕਿ ਸੂਰਜ ਮੇਰੇ ਵਰਗਾ ਹੋ ਜਾਏ ਤਾਂ ਹਨੇਰਾ ਹੋ ਜਾਣਾ, ਦੁਨੀਆ ਖਤਮ। ਤੇ ਜੇ ਸੂਰਜ ਕਹੇ ਕਿ ਚੰਦਰਮਾ ਔਰ ਧਰਤੀ ਮੇਰੇ ਵਰਗੀ ਹੋ ਜਾਏ, ਇੱਥੇ ਅੱਗ ਬਲਣ ਲੱਗ ਜਾਏ, ਤੇ ਇੱਥੇ ਬਚਣਾ ਕੀ ਬਾਕੀ? ਆਪਣੇ ਆਪਣੇ ਸਿਸਟਮ ਦੇ ਅੰਦਰ ਆਪਣਾ ਆਪਣਾ ਫਰਜ਼ ਪੂਰਾ ਕਰੀ ਜਾ ਰਹੇ ਨੇ। ਕਿੰਨਾ ਸੁਹਾਵਣਾ ਸੰਸਾਰ ਬਣਿਆ ਹੋਇਆ ਹੈ। ਇਸੇ ਤਰ੍ਹਾਂ ਜੇ ਹਰ ਬੰਦਾ ਸੱਚ ਨੂੰ ਆਧਾਰ ਬਣਾ ਕੇ ਆਪਣੇ ਫਰਜ਼ਾਂ ਨੂੰ ਪੂਰਿਆਂ ਕਰੀ ਜਾਏ, ਤਾਂ ਇਹ ਸੰਸਾਰ ਕਿੰਨਾ ਸੋਹਣਾ ਹੋ ਜਾਏਗਾ।
ਪੁੱਤਰ ਆਪਣੇ ਫਰਜ਼ ਪੂਰੇ ਕਰੇ, ਪਿਤਾ ਆਪਣੇ, ਪਤਨੀ ਆਪਣੇ, ਕਿੰਨਾ ਸੋਹਣਾ ਤਾਲਮੇਲ ਬਣ ਜਾਏਗਾ। ਡਾਕਟਰ ਨੇ ਸੱਚ ਨੂੰ ਆਧਾਰ ਬਣਾ ਕੇ ਆਪਣੇ ਫਰਜ਼ਾਂ ਨੂੰ ਪੂਰਾ ਕਰਨ, ਇੰਜੀਨੀਅਰ ਨੇ, ਹੋਰ ਲੋਕ ਨੇ ਸੱਚ ਨੂੰ ਬੇਸ ਬਣਾ ਕੇ ਫਰਜ਼ ਪੂਰੇ ਕਰੀ ਜਾਣ, ਤਾਂ ਕਿੰਨਾ ਸੋਹਣਾ ਸੰਸਾਰ ਹੋ ਜਾਏਗਾ। ਕੇ ਰੰਗ ਦਾ ਮਤਲਬ ਕਈ ਰੰਗਾਂ ਦੇ। ਹੁਣ ਇੱਥੇ ਰੰਗ ਭੇਦ ਦਾ ਵਿਤਕਰਾ ਨਹੀਂ ਕੀਤਾ ਜਾ ਸਕਦਾ ਕਿ ਫਲਾਣੇ ਬੰਦੇ ਕਾਲੇ ਨੇ, ਉਹ ਗੋਰੇ ਨੇ, ਤਾਂ ਐਸੀ ਨਸਲੀ ਨਫ਼ਰਤ ਨਹੀਂ ਕੀਤੀ ਜਾ ਸਕਦੀ, ਕਿਉਂਕਿ ਸਿਸਟਮ ਹੈ ਨਾ। ਇੱਥੇ ਫੁੱਲ ਵੀ ਨੇ, ਇੱਥੇ ਕੰਡੇ ਵੀ ਨੇ। ਕੰਡੇ ਆਪਣਾ ਫਰਜ਼ ਨਿਭਾ ਰਹੇ ਨੇ, ਫੁੱਲ ਆਪਣਾ ਨਿਭਾ ਰਿਹਾ। ਚਿੱਕੜ ਆਪਣਾ ਫਰਜ਼ ਨਿਭਾ ਰਿਹਾ ਹੈ ਤੇ ਕਮਲ ਆਪਣਾ। ਜੇ ਚਿੱਕੜ ਨਾ ਹੋਏ ਤੇ ਕਮਲ ਵੀ ਪੈਦਾ ਨਹੀਂ ਹੋ ਸਕਦਾ। ਇੱਥੇ ਅਨੇਕਾਂ ਜੁਗਤਾਂ ਦੇ ਜੀ ਨੇ, ਅਨੇਕਾਂ ਉਹਨਾਂ ਦੇ ਜੀਵਨ ਦੇ ਢੰਗ ਨੇ। ਫਿਰ ਅਗਲਾ ਬਚਨ ਕਰਦੇ ਨੇ, ਤਿੰਨ ਕੇ ਨਾਮ ਅਨੇਕ ਅਨੰਤ। ਉਹਨਾਂ ਜੀਵਾਂ ਦੇ, ਉਹਨਾਂ ਥਾਵਾਂ ਦੇ, ਧਰਤੀਆਂ ਦੇ ਅਨੇਕਾਂ ਨਾਮ ਨੇ, ਅਨੇਕਾਂ ਨਾਮ ਨੇ। ਜਿੰਨੇ ਹੁਣ ਮਨੁੱਖ ਨੇ ਸਾਰਿਆਂ ਦੇ ਵੱਖਰੇ ਵੱਖਰੇ ਨਾਮ ਨੇ, ਵਾਰਾਂ ਦੇ ਵੱਖਰੇ ਨਾਮ ਨੇ, ਆਕਾਸ਼ ਦੇ ਵਿੱਚ ਤਾਰਕਾ ਮੰਡਲ ਹੈ, ਉਹਨਾਂ ਦੇ ਵੱਖਰੇ ਨਾਮ ਨੇ, ਪਰਵਤਾਂ ਦੇ ਅਸੀਂ ਨਾਮ ਰੱਖੇ ਨੇ, ਰੁੱਖਾਂ ਦਰਖਤਾਂ ਦੇ ਨਾਮ ਰੱਖੇ ਨੇ, ਜਿੰਨੇ ਜੀਵ ਜੰਤ ਨੇ ਉਹਨਾਂ ਦੇ ਨਾਮ, ਅਨੇਕਾਂ ਨਾਮ ਨੇ। ਜਿੰਨੇ ਜੀਵ ਹੋਣਗੇ ਉਹਨੇ ਨਾਮ ਹੋਣਗੇ। ਇਹ ਗੱਲ ਵੱਖਰੀ ਹੈ ਕਿ ਅਸੀਂ ਹਰ ਇੱਕ ਦਾ ਨਾਮ ਨਹੀਂ ਰੱਖ ਪਾਏ, ਇਹ ਸਾਡੀ ਪ੍ਰੋਬਲਮ ਹੈ। ਹਰ ਇੱਕ ਦਾ ਵੱਖਰਾ ਨਾਮ, ਹਰ ਇੱਕ ਦੀ ਵੱਖਰੀ ਹੋਂਦ ਹੈ। ਅਸੀਂ ਕਿਸੇ ਦੀ ਹੋਂਦ ਨੂੰ ਮਿਟਾ ਨਹੀਂ ਸਕਦੇ। ਸਾਨੂੰ ਇਹ ਪ੍ਰਵਾਨ ਕਰਨਾ ਪਵੇਗਾ ਕਿ ਮੇਰੀ ਹੋਂਦ ਹੈ, ਤਾਂ ਤੁਸੀਂ ਮੇਰੀ ਹੋਂਦ ਨੂੰ ਮਿਟਾਉਣ ਦਾ ਯਤਨ ਨਾ ਕਰੋ। ਮੈਂ ਤੁਹਾਡੀ ਹੋਂਦ ਨੂੰ ਮਿਟਾਉਣ ਦਾ ਯਤਨ ਨਾ ਕਰਾਂ। ਮੈਂ ਸਿਰਫ ਆਪਣੇ ਫਰਜ਼ ਪੂਰੇ ਕਰਾਂ ਇਮਾਨਦਾਰੀ ਨਾਲ। ਤੁਸੀਂ ਮੇਰੀ ਹੋਂਦ ਨੂੰ ਮਿਟਾਉਣ ਦੀ ਬਜਾਏ ਇਮਾਨਦਾਰੀ ਨਾਲ ਆਪਣੇ ਫਰਜ਼ ਪੂਰੇ ਕਰੋ। ਤਾਂ ਅਗਲਾ ਬਚਨ ਕਰਦੇ ਨੇ, ਹੁਣ ਇਹ ਸਾਰਾ ਕੁਝ ਹੈ, ਇਹ ਸਾਰੇ ਕੁਝ ਦੇ ਅੰਦਰ ਕੀ ਹੈ? ਗੁਰੂ ਪਾਤਸ਼ਾਹ ਜੀ ਸਾਨੂੰ ਹੁਣ ਸਮਝਾ ਰਹੇ ਨੇ ਕਿ ਸਾਰੇ ਕੁਝ ਦੇ ਅੰਦਰ, ਇਹ ਸਾਰੇ ਕੁਝ ਦੇ ਅੰਦਰ ਹੁਣ ਸਾਨੂੰ ਕੀ ਕਰਨਾ ਚਾਹੀਦਾ ਹੈ? ਗੁਰੂ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਨੇ ਕਿ ਕਰਮੀ ਕਰਮੀ ਹੋਏ ਵਿਚਾਰ, ਕਰਮਾਂ ਦੇ ਅਨੁਸਾਰ ਇਸ ਦੁਨੀਆ ਦੇ ਉੱਤੇ ਵਿਚਾਰ ਹੋਏਗੀ। ਜਿੰਨੇ ਵੀ ਜੀਵ ਜੰਤ ਨੇ ਜਾਂ ਜੋ ਕੁਝ ਵੀ ਹੈ, ਇਹ ਸਾਰੇ ਦਾ ਸਾਰਾ ਵਰਤਾਰਾ ਕਰਮਾਂ ਅਨੁਸਾਰ ਇੱਥੇ ਜਿਹੜਾ ਹੈ ਵਿਚਾਰ ਹੋਣੀ ਹੈ। ਕਰਮਾਂ ਦੇ ਅਨੁਸਾਰ ਇਹ ਜੋ ਵੀ ਕਰ ਰਹੇ ਹਾਂ, ਇਹ ਸਾਰਾ ਕਰਮਾਂ ਅਨੁਸਾਰ ਉਤਾਰਿਆ ਜਾਏਗਾ। ਇਹਨੂੰ ਅਸੀਂ ਇਹ ਨਹੀਂ ਕਹਿ ਸਕਦੇ ਕਿ ਮੇਰੇ ਕੀਤੇ ਹੋਏ ਕਰਮ ਬੇਕਾਰ ਜਾਣਗੇ, ਐਸਾ ਕਦੇ ਵੀ ਨਹੀਂ ਹੋਣਾ। ਸਗੋਂ ਕਰਮਾਂ ਦੇ ਅਨੁਸਾਰ ਵਿਚਾਰ ਹੋਏਗਾ। ਜੇ ਕੋਈ ਚੰਗੇ ਕਰਮ ਕਰੇਗਾ ਤਾਂ ਉਹਦਾ ਵਿਚਾਰ ਜਿਹੜਾ ਹੈ ਉਹ ਚੰਗਾ ਹੋ ਜਾਏਗਾ, ਬੰਦੇ ਦਾ ਨਾਮ। ਤੇ ਜੇ ਕੋਈ ਚੰਗੀ ਵਿਚਾਰ ਨਹੀਂ ਕਰਦਾ ਹੈ ਤਾਂ ਉਹਦਾ ਨਾਮ ਮਾੜਾ ਪੈ ਜਾਏਗਾ। ਕਰਮਾਂ ਦੇ ਅਨੁਸਾਰ ਵਿਚਾਰ ਹੋਏਗਾ। ਇਹਨੂੰ ਅਸੀਂ ਕਦੀ ਵੀ ਇਹ ਨਹੀਂ ਕਹਿ ਸਕਦੇ ਕਿ ਅਸੀਂ ਕੰਮ ਹੋਰ ਕਰੀਏ ਤੇ ਉਹਦਾ ਫਲ ਸਾਨੂੰ ਹੋਰ ਕੁਝ ਮਿਲ ਜਾਵੇ, ਐਸਾ ਕਦੇ ਨਹੀਂ ਹੋਏਗਾ। ਕਰਮੀ ਕਰਮੀ ਹੋਏ ਵਿਚਾਰ ਤੋਂ ਭਾਵ ਕਿ ਹਰ ਇਨਸਾਨ ਦਾ ਜਿਹੜਾ ਵਿਚਾਰ ਹੈ ਉਹ ਕਰਮ ਮੁਤਾਬਕ ਕੀਤੀ ਜਾ ਰਹੀ ਹੈ। ਕਰਮ ਬੇਕਾਰ ਚਲੇ ਜਾਣਗੇ, ਐਸਾ ਕਦੇ ਵੀ ਨਹੀਂ ਹੋਏਗਾ। ਹਰ ਇਨਸਾਨ ਨੂੰ ਇਹ ਕਰਮ ਕਰਨਾ ਪਵੇਗਾ ਔਰ ਕਰਮ ਕਰਨ ਤੋਂ ਬਾਅਦ ਉਹਦਾ ਜਿਹੜਾ ਜ਼ਿੰਦਗੀ ਹੈ ਉਸ ਚੱਲਦੀ ਰਹੇਗੀ, ਉਸ ਮੁਤਾਬਕ ਚੱਲਦੀ ਰਹੇਗੀ। ਮਿਸਾਲ ਵਜੋਂ ਜੇ ਕੋਈ ਪਾਪ ਕਰਮ ਕਰਦਾ ਹੈ ਤੇ ਪਾਪ ਕਰਮ ਕਰਦਿਆਂ ਉਹਨੂੰ ਅਸੀਂ ਧਰਮੀ ਨਹੀਂ ਕਹਿ ਸਕਦੇ, ਉਹਨੂੰ ਪਾਪੀ ਹੀ ਕਿਹਾ ਜਾਏਗਾ। ਥੋੜੀ ਟੈਕਨੀਕਲ ਪ੍ਰੋਬਲਮ ਆ ਗਈ, ਸੌਰੀ। ਕਰਮਾਂ ਅਨੁਸਾਰ ਵਿਚਾਰ ਹੋਏਗੀ, ਮੀਨਸ ਕਿ ਤੁਹਾਡੇ ਕੀਤੇ ਹੋਏ ਕਰਮ ਵਿਅਰਥ ਨਹੀਂ ਜਾਣਗੇ। ਹਰ ਕਰਮ ਦਾ ਫਲ ਭੁਗਤਣਾ ਪਵੇਗਾ। ਇਹ ਸੰਸਾਰ ਦੇ ਅੰਦਰ ਜ਼ਿੰਦਗੀ ਜੀਂਦਿਆਂ ਹਰ ਕਰਮ ਦਾ ਫਲ ਭੁਗਤਣਾ ਪਵੇਗਾ। ਉਹਨਾਂ ਕੰਮਾਂ ਦੀ ਵਿਚਾਰ ਹੋ ਰਹੀ ਹੈ, ਵਿਚਾਰੇ ਜਾ ਰਹੇ ਹਨ, ਮੀਨਸ ਨਿਆਂ ਹੋ ਰਿਹਾ ਹੈ। ਤੇ ਵਿਚਾਰਨ ਵਾਲਾ ਕਿਤੇ ਬਾਹਰ ਨਹੀਂ ਹੈ, ਸਿਸਟਮ ਦੇ ਅੰਦਰ ਵਿਚਾਰ ਹੋ ਰਿਹਾ ਹੈ। ਕਿਵੇਂ ਹੋ ਰਿਹਾ ਹੈ? ਜੇ ਤੁਸੀਂ ਕਣਕ ਬੀਜੀ ਹੈ ਤਾਂ ਕਣਕ ਬੀਜੋਗੇ ਤੇ ਕਣਕ ਉੱਗੇਗੀ, ਕਿਉਂਕਿ ਸਿਸਟਮ ਹੈ ਨਾ, ਵਿਚਾਰ ਹੋ ਰਹੀ ਹੈ। ਵੀ ਧਰਤੀ ਨੂੰ ਪਤਾ ਹੈ ਸਿਸਟਮ ਦੇ ਅੰਦਰ ਕਣਕ ਬੀਜਿਆ ਕਣਕ ਹੀ ਉੱਗੀ, ਉਹਦਾ ਫਲ ਮਿਲੇਗਾ।
ਜੇ ਮੈਂ ਤੁਹਾਡੇ ਨਾਲ ਪ੍ਰੇਮ ਕਰਦਾ, ਮੇਰੇ ਅੰਦਰ ਤੁਹਾਡੇ ਨਾਲ ਪਿਆਰ ਦੀ ਭਾਵਨਾ ਹੈ, ਤਾਂ ਇਹ ਪਿਆਰ ਦੀ ਭਾਵਨਾ ਵਾਚੀ ਜਾ ਰਹੀ ਹੈ। ਜਦੋਂ ਮੈਂ ਤੁਹਾਡੇ ਨਾਲ ਪ੍ਰੇਮ ਦੇ ਨਾਲ ਮਿਲਾਂਗਾ ਤਾਂ ਮੈਨੂੰ ਸੁੱਖ ਮਿਲੇਗਾ, ਮੈਨੂੰ ਸ਼ਾਂਤੀ ਮਿਲੇਗੀ, ਮੈਨੂੰ ਖੁਸ਼ੀ ਮਿਲੇਗੀ। ਇਹਦਾ ਮੈਨੂੰ ਫਲ ਮਿਲਿਆ ਨਾ ਨਾਲ ਦੇ ਨਾਲ। ਤੇ ਜੇ ਮੈਂ ਤੁਹਾਡੇ ਨਾਲ ਈਰਖਾ ਕਰ ਰਿਹਾ, ਤੇ ਸਪੋਜ਼ ਕਿ ਤੁਹਾਨੂੰ ਤੇ ਪਤਾ ਵੀ ਨਹੀਂ ਕਿ ਮੈਂ ਈਰਖਾ ਕਰ ਰਿਹਾ ਕਿ ਨਹੀਂ, ਪਰ ਮੈਂ ਈਰਖਾ ਕਰ ਰਿਹਾ, ਤਾਂ ਮੇਰੀ ਉਹ ਈਰਖਾ ਵੀ ਵਾਚੀ ਜਾ ਰਹੀ ਹੈ। ਮੈਨੂੰ ਈਰਖਾ ਦਾ ਫਲ ਆਟੋਮੈਟਿਕਲੀ ਨਾਲ ਦੇ ਨਾਲ ਮਿਲ ਰਿਹਾ ਹੈ, ਕਿਉਂਕਿ ਮੈਂ ਅੰਦਰੇ ਅੰਦਰ ਸੜ ਰਿਹਾ ਹਾਂ, ਮੇਰੀ ਖੁਸ਼ੀ ਖਤਮ ਹੋ ਗਈ ਹੈ। ਇਸੇ ਨੂੰ ਕਹਿੰਦੇ ਨੇ ਕਰਮੀ ਕਰਮੀ ਹੋਏ ਵਿਚਾਰ। ਹਰ ਇੱਕ ਦਾ ਕਰਮ ਵਾਚਿਆ ਜਾ ਰਿਹਾ ਹੈ। ਇਸ ਸਿਸਟਮ ਦੇ ਅੰਦਰ ਹਰ ਕਰਮ ਦਾ ਫਲ ਹਰ ਇਨਸਾਨ ਨੂੰ ਮਿਲ ਰਿਹਾ ਹੈ। ਜੇ ਕੋਈ ਸਕੂਲ ਦੇ ਅੰਦਰ ਬੱਚਾ ਚੰਗੀ ਪੜ੍ਹਾਈ ਕਰਦਾ ਹੈ ਤਾਂ ਉਹ ਚੰਗੇ ਨੰਬਰ ਲੈ ਕੇ ਪਾਸ ਹੁੰਦਾ ਹੈ। ਜੇ ਕੋਈ ਪੜ੍ਹਾਈ ਨਹੀਂ ਕਰਦਾ ਤਾਂ ਉਹ ਫੇਲ ਹੋ ਜਾਂਦਾ ਹੈ। ਜੇ ਅਸੀਂ ਆਪਸੀ ਤਾਲਮੇਲ ਚੰਗਾ ਰੱਖਦੇ ਹਾਂ ਤਾਂ ਸਾਡੇ ਤਾਲਮੇਲ ਚੋਂ ਸੁੱਖ ਉਪਜਦਾ ਹੈ। ਜੇ ਸਾਡਾ ਤਾਲਮੇਲ ਚੰਗਾ ਨਹੀਂ ਹੈ ਤਾਂ ਸਾਡੇ ਕਰਮਾਂ ਦੇ ਅੰਦਰੋਂ ਦੁੱਖ ਪੈਦਾ ਹੋਏਗਾ। ਇਹ ਕਰਮ ਵਿਅਰਥ ਨਹੀਂ ਜਾਣਗੇ। ਦੂਜੀ ਗੱਲ, ਜੇ ਧਰਮ ਕਮਾਓਗੇ ਤਾਂ ਤੁਹਾਡਾ ਨਾਂ ਧਰਮੀ ਹੋ ਜਾਏਗਾ, ਪਾਪ ਕਮਾਓਗੇ ਪਾਪੀ ਹੋ ਜਾਏਗਾ। ਗੁਰੂ ਜੀ ਦਾ ਪਾਵਨ ਬਚਨ, ਜੋ ਧਰਮ ਕਮਾਵੇ ਤਿਸ ਧਰਮ ਨਾਉ ਹੋਵੇ, ਪਾਪ ਕਮਾਣੇ ਪਾਪੀ ਜਾਣੀਏ। ਜੋ ਧਰਮ ਕਮਾਉਂਦਾ ਹੈ ਉਹਦਾ ਨਾਂ ਧਰਮੀ ਪੈ ਜਾਂਦਾ ਹੈ, ਜੋ ਪਾਪ ਕਮਾਉਂਦਾ ਹੈ ਉਹਦਾ ਨਾਂ ਪਾਪੀ ਪੈ ਜਾਂਦਾ ਹੈ। ਦੇਖ ਲਓ ਆਮ ਸਮਾਜ ਵਿੱਚ ਕਈ ਲੋਕ ਨੇ ਨਾ ਜਿਹੜੇ ਝੂਠ ਬੋਲਦੇ ਨੇ ਤਾਂ ਉਹਨਾਂ ਦਾ ਨਾਮ ਝੂਠਾ ਫਿੱਕਾ ਮਸ਼ਹੂਰ ਹੋ ਜਾਂਦਾ ਹੈ। ਰਿਸ਼ਤੇਦਾਰਾਂ ਵਿੱਚ ਵੀ ਜਿਹੜੇ ਚੰਗੇ ਬੰਦੇ ਨੇ ਉਹਨਾਂ ਨੂੰ ਅਸੀਂ ਬੁਲਾਉਂਦੇ ਹਾਂ, ਪਰ ਜਿਹੜਾ ਮਾੜਾ ਬੰਦਾ ਹੋਵੇ, ਬੜਬੋਲਾ ਹੋਵੇ, ਉਹਦੀ ਮਸ਼ਹੂਰੀ ਰਿਸ਼ਤੇਦਾਰਾਂ ਵਿੱਚ ਹੋ ਜਾਂਦੀ ਹੈ। ਤੇ ਵਿਆਹ ਸ਼ਾਦੀ ਵਿੱਚ ਇੱਕ ਦੂਜੇ ਨੂੰ ਅਸੀਂ ਸਲਾਹ ਦਿੰਦੇ ਆ, ਫਲਾਣੇ ਬੰਦੇ ਨੂੰ ਤੇ ਰਹਿਣ ਦੇ, ਉਹਨੇ ਆਣ ਕੇ ਕਲੇਸ਼ ਹੀ ਪਾਣਾ। ਤਾਂ ਕਰਮ ਵਾਚੇ ਜਾ ਰਹੇ ਨੇ, ਸਾਡਾ ਸੁਭਾਅ ਨਾਲ ਦੇ ਨਾਲ ਬਣੀ ਜਾ ਰਿਹਾ ਹੈ। ਜੇ ਪੋਜ਼ਿਟਿਵ ਸੋਚ ਰਹੇ ਹੋ ਤਾਂ ਤੁਹਾਡਾ ਸੁਭਾਅ ਪੋਜ਼ਿਟਿਵ ਬਣ ਰਿਹਾ ਹੈ, ਤੁਸੀਂ ਖੁਸ਼ ਰਹੋਗੇ। ਜੇ ਤੁਹਾਡੇ ਅੰਦਰ ਨੈਗੇਟਿਵਿਟੀ ਹੈ ਤਾਂ ਉਹ ਕਰਮ ਵਾਚੇ ਜਾ ਰਹੇ ਨੇ, ਅੰਦਰ ਲਿਖੇ ਜਾ ਰਹੇ ਨੇ, ਸੰਸਕਾਰ ਬਣ ਰਹੇ ਨੇ। ਨੈਗੇਟਿਵਿਟੀ ਆ ਜਾਏਗੀ, ਇਨਫੀਰੀਓਰਿਟੀ ਕੰਪਲੈਕਸ ਦੇ ਸ਼ਿਕਾਰ ਹੋ ਜਾਓਗੇ, ਡਿਪਰੈਸ਼ਨ ਦਾ ਸ਼ਿਕਾਰ ਹੋ ਜਾਓਗੇ, ਜੀਵਨ ਦੇ ਅੰਦਰ ਫੇਲ ਹੋ ਜਾਓਗੇ। ਇਹ ਕਰਮ ਜਿਹੜੀ ਸਾਡੀ ਸੋਚ ਹੈ ਬੇਕਾਰ ਨਹੀਂ ਜਾ ਰਹੀ, ਵਾਚੀ ਜਾ ਰਹੀ। ਇਸੇ ਲਈ ਸਾਨੂੰ ਪਾਵਨ ਬਾਣੀ ਦੇ ਅੰਦਰ ਬਾਰ-ਬਾਰ ਰੱਬੀ ਗੁਣਾਂ ਨੂੰ ਗਾਣ ਦੀ ਹਿਦਾਇਤ ਕੀਤੀ ਹੈ ਕਿ ਗੁਣ ਕਹੋ ਹਰ ਲਹੋ, ਕਰ ਸੇਵਾ ਸਤਿਗੁਰ, ਇਵ ਹਰ ਹਰ ਨਾਮ ਧਿਆਈ। ਇਸੇ ਲਈ ਸਾਨੂੰ ਬਾਰ-ਬਾਰ ਕਿਹਾ ਜਾ ਰਿਹਾ ਹੈ, ਹੁਕਮ ਰਜ਼ਾਈ ਚੱਲਣਾ। ਹੁਕਮ ਦੇ ਅੰਦਰ ਤੁਰੋਗੇ, ਸਿਸਟਮ ਨੂੰ ਫੋਲੋ ਕਰੋਗੇ, ਕਾਮਯਾਬ ਹੋਵੋਗੇ, ਸਚਿਆਰ ਹੋਵੋਗੇ, ਜੀਵਨ ਵਿੱਚ ਖੁਸ਼ੀਆਂ ਮਿਲਣਗੀਆਂ। ਇਹ ਕਰਮ ਬੇਕਾਰ ਨਹੀਂ ਜਾਣਗੇ। ਕਰਮ ਦਾ ਮਤਲਬ ਪਿੱਛੋਂ ਲਿਖੇ ਹੋਏ ਨਹੀਂ, ਜੋ ਅਸੀਂ ਰੋਜ਼ ਕਰ ਰਹੇ ਹਾਂ, ਜੋ ਅਸੀਂ ਸੋਚ ਰਹੇ ਹਾਂ, ਜੋ ਅਸੀਂ ਕਲਪਨਾ ਕਰ ਰਹੇ ਹਾਂ, ਜੋ ਅਸੀਂ ਬੋਲ ਰਹੇ ਹਾਂ, ਜੋ ਸਾਡਾ ਵਿਹਾਰ ਹੈ, ਉਹ ਵਿਅਰਥ ਨਹੀਂ ਜਾਣਾ, ਨਾਲ ਦੇ ਨਾਲ ਉਹਦਾ ਫਲ ਮਿਲਣਾ ਹੈ, ਉਹ ਸਾਡਾ ਸੁਭਾਅ ਬਣ ਜਾਣਾ ਹੈ। ਇਸ ਲਈ ਆਪਣੀਆਂ ਆਦਤਾਂ ਬਣਾਉਣ ਤੋਂ ਪਹਿਲਾਂ 100 ਵਾਰ ਸੋਚੋ, ਚੰਗੀਆਂ ਆਦਤਾਂ ਪਾਓ, ਚੰਗਾ ਸੋਚੋ, ਪੋਜ਼ਿਟਿਵ ਸੋਚੋ, ਸਕਾਰਾਤਮਕ ਸੋਚੋ। ਇਸ ਸੰਸਾਰ ਦੇ ਅੰਦਰ ਚਾਰ ਚਫੇਰੇ ਭਲਾ ਵੇਖੋ, ਸੁੱਖ ਵੇਖੋ, ਆਪਣੀ ਦੀਰਘ ਦ੍ਰਿਸ਼ਟੀ ਐਸੀ ਬਣਾਉਣ ਦੀ ਟਰਾਈ ਕਰੋ। ਤੇ ਜੇ ਇਹ ਸੋਚਦੇ ਰਹੋਗੇ ਕਿ ਮੈਂ ਤੇ ਕੁਝ ਨਹੀਂ ਕਰ ਸਕਦਾ, ਮੈਨੂੰ ਤਾਂ ਲੋਕ ਚੰਗਾ ਨਹੀਂ ਸਮਝਦੇ, ਪਰਿਵਾਰ ਵਾਲੇ ਵੀ ਮੈਨੂੰ ਚੰਗਾ ਨਹੀਂ ਸਮਝਦੇ, ਮੇਰੇ ਤੋਂ ਕੁਝ ਨਹੀਂ ਹੋਣਾ, ਮੈਂ ਤੇ ਕਾਮਯਾਬ ਨਹੀਂ ਹੋ ਸਕਦਾ, ਇਹ ਸੰਸਾਰ ਤੇ ਬੜਾ ਬੁਰਾ ਹੈ, ਇੱਥੇ ਤੇ ਕਿਸੇ ਦਾ ਵਿਸ਼ਵਾਸ ਨਹੀਂ, ਜੇ ਐਵੇਂ ਸੋਚੋਗੇ ਤੇ ਕਰਮ ਵਾਚੇ ਜਾ ਰਹੇ ਨੇ। ਬਾਰ-ਬਾਰ ਸੋਚੀ ਜਾਓਗੇ, ਇਹ ਵਿਚਾਰ ਪੱਕੇ ਹੁੰਦੇ ਜਾਣਗੇ, ਤੁਹਾਡਾ ਸੁਭਾਅ ਐਵੇਂ ਦਾ ਬਣ ਜਾਏਗਾ, ਡਿਪਰੈਸ਼ਨ ਦੇ ਸ਼ਿਕਾਰ ਹੋ ਜਾਓਗੇ। ਤੇ ਜੇ ਇਹ ਚੀਜ਼ ਸੋਚੋਗੇ ਕਿ ਮੈਂ ਰੱਬ ਦੀ ਸਪੈਸ਼ਲ ਕ੍ਰੀਏਸ਼ਨ ਹਾਂ, ਮੇਰੇ ਅੰਦਰ ਰੱਬ ਵਸਦਾ ਹੈ, ਮੈਂ ਰੱਬ ਦਾ ਰੂਪ ਹਾਂ, ਮੇਰੇ ਅੰਦਰ ਚੰਗੇ ਕੰਮ ਕਰਨ ਦੀ ਸ਼ਕਤੀ ਹੈ, ਮੇਰੀ ਜ਼ਿੰਦਗੀ ਠੀਕ ਰਾਹਾਂ ਤੇ ਜਾ ਰਹੀ ਹੈ, ਇਸ ਸੰਸਾਰ ਦੇ ਚਾਰ ਚਫੇਰੇ ਖੁਸ਼ੀਆਂ, ਸਫਲਤਾਵਾਂ ਮੌਜੂਦ ਨੇ,
ਮੇਰੇ ਅੰਦਰ ਚੰਗੇ ਗੁਣ ਨੇ, ਮੇਰੀ ਬੋਲ ਬਾਣੀ ਚੰਗੀ ਹੈ, ਮੈਂ ਚੰਗਾ ਹੋ ਸਕਦਾ ਹਾਂ, ਮੈਂ ਚੰਗੇ ਹੋਣ ਦੀ ਟਰਾਈ ਕਰ ਰਿਹਾ ਹਾਂ, ਮੇਰਾ ਰੋਜ਼ ਨਵਾਂ ਵਿਕਾਸ ਹੋ ਰਿਹਾ ਹੈ, ਮੈਂ ਜੀਵਨ ਦੇ ਚੰਗੇ ਪੱਧਰ ਵੱਲ ਵੱਧ ਰਿਹਾ ਹਾਂ, ਮੈਂ ਆਪਣੇ ਗੋਲ ਵੱਲ ਵੱਧ ਰਿਹਾ ਹਾਂ, ਮੈਂ ਆਪਣੇ ਗੋਲ ਨੂੰ ਅਚੀਵ ਕਰਨਾ ਹੈ। ਜੇ ਬਾਰ-ਬਾਰ ਇਹ ਸੋਚੋਗੇ, ਐਵੇਂ ਦਾ ਸੁਭਾਅ ਬਣ ਜਾਏਗਾ। ਹੁਣ ਅਸੀਂ ਕੀ ਚਾਹੁੰਦੇ ਹਾਂ, ਇਹ ਸਾਡੇ ਤੇ ਡਿਪੈਂਡ ਕਰੇਗਾ। ਤਾਂ ਗੁਰੂ ਪਾਤਸ਼ਾਹ ਜੀ ਅਗਲਾ ਬਚਨ ਕਰਦੇ ਨੇ, ਕਰਮੀ ਕਰਮੀ ਹੋਏ ਵਿਚਾਰ, ਕੰਮਾਂ ਦੇ ਉੱਤੇ ਵਿਚਾਰ ਹੋਣੀ ਹੈ। ਸੋਚ, ਮੈਂਟੈਲਿਟੀ, ਬੋਲ, ਵਿਹਾਰ, ਇਹਨਾਂ ਤੇ ਵਿਚਾਰ ਹੋਈ। ਤੇ ਜਿੱਥੇ ਵਿਚਾਰ ਹੋਣੀ ਹੈ ਉਹ ਕੀ ਹੈ? ਸੱਚਾ ਆਪ, ਸੱਚਾ ਦਰਬਾਰ। ਰੱਬ ਆਪ ਸੱਚਾ ਹੈ। ਅਸੀਂ ਜਪਜੀ ਸਾਹਿਬ ਜੀ ਦੇ ਆਦਿ ਵਿੱਚ ਪੜ੍ਹੇ ਹਾਂ, ਆਦਿ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਮੂਲ ਮੰਤਰ ਵਿੱਚ ਅਸੀਂ ਪੜ੍ਹੇ ਹਾਂ, ਸਤਨਾਮ, ਉਹਦਾ ਨਾਮ ਹੀ ਸੱਚਾਈ ਹੈ, ਸੱਚਾ ਹੈ ਉਹ ਆਪ, ਇੱਕ ਅਟਲ ਸੱਚਾਈ ਹੈ। ਉਹ ਆਪ ਸੱਚਾ ਹੈ, ਉਹਦੇ ਵਿੱਚ ਕੋਈ ਉਕਾਈ ਨਹੀਂ। ਸੱਚੇ ਦਾ ਮਤਲਬ ਉਹਦੇ ਵਿੱਚ ਕੋਈ ਉਕਾਈ ਨਹੀਂ। ਸੱਚਾ ਦਰਬਾਰ, ਉਹਦਾ ਦਰਬਾਰ, ਉਹਦੀ ਅਦਾਲਤ, ਉਹਦਾ ਨਿਆਮ ਹੀ ਸੱਚਾ ਹੈ, ਉਹਦਾ ਨਿਆਮ ਹੀ ਸੱਚਾ ਹੈ, ਕਿਉਂਕਿ ਆਪ ਸੱਚਾ ਹੈ, ਉਹਦਾ ਦਰਬਾਰ ਸੱਚਾ ਹੈ, ਉਹਦਾ ਨਿਆਂ ਸੱਚਾ ਹੈ। ਤੇ ਸੱਚ ਨੇ ਕਿਸੇ ਦੇ ਨਾਲ ਵਿਤਕਰਾ ਨਹੀਂ ਕਰਨਾ। ਇਹਦਾ ਮਤਲਬ ਜੋ ਸਾਡੇ ਕੰਮਾਂ ਦੀ ਵਿਚਾਰ ਹੋਏਗੀ ਨਾ, ਮੇਰਿਆਂ ਦੀ ਜਾਂ ਤੁਹਾਡਿਆਂ ਦੀ, ਤਾਂ ਉਹਦਾ ਬੇਸ ਸੱਚ ਹੋਏਗਾ, ਯੂਨੀਵਰਸਲ ਟਰੁੱਥ। ਮੈਂ ਕੀ ਕਹਿ ਰਿਹਾ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ, ਤੁਸੀਂ ਕੀ ਕਹਿ ਰਹੇ ਹੋ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਯੂਨੀਵਰਸਲ ਟਰੁੱਥ ਕੀ ਹੈ, ਬ੍ਰਹਿਮੰਡੀ ਸੱਚ ਕੀ ਹੈ? ਫਰਕ ਉਸ ਚੀਜ਼ ਨਾਲ ਪੈਂਦਾ ਹੈ ਕਿ ਮੇਰੀ ਕਹੀ ਹੋਈ ਗੱਲ ਪ੍ਰੈਕਟੀਕਲ ਕੀਤਿਆਂ ਪੂਰੀ ਉਤਰਦੀ ਹੈ। ਜੇ ਪ੍ਰੈਕਟੀਕਲ ਕਰਨ ਵਿੱਚ ਪੂਰੀ ਨਹੀਂ ਉਤਰਦੀ, ਇਟ ਮੀਨਸ ਮੇਰੀ ਗੱਲ ਗਲਤ ਹੈ, ਉਹਦੇ ਵਿੱਚ ਭੁੱਲ ਹੈ। ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਕਿ ਪ੍ਰੈਕਟੀਕਲੀ ਪੂਰੀ ਉਤਰਦੀ ਹੈ ਯੂਨੀਵਰਸਲ ਟਰੁੱਥ ਦੇ ਬੇਸ ਤੇ, ਜੇ ਪੂਰੀ ਉਤਰਦੀ ਤੁਹਾਡੀ ਗੱਲ ਸੱਚੀ ਹੈ। ਤੇ ਜੇ ਯੂਨੀਵਰਸਲ ਟਰੁੱਥ ਦੇ ਬੇਸ ਤੇ ਪੂਰੀ ਨਹੀਂ ਉਤਰਦੀ, ਸਾਰਿਆਂ ਤੇ ਉਹ ਲਾਗੂ ਨਹੀਂ ਹੁੰਦੀ, ਕੁਦਰਤੀ ਕਾਨੂੰਨਾਂ ਮੁਤਾਬਕ ਉਹ ਠੀਕ ਨਹੀਂ ਹੈ, ਤਾਂ ਫਿਰ ਤੁਹਾਨੂੰ ਆਪਣੀ ਗਲਤੀ ਮੰਨ ਲੈਣੀ ਚਾਹੀਦੀ ਹੈ ਕਿ ਤੁਹਾਡੀ ਗੱਲ ਗਲਤ ਹੈ, ਸੱਚ ਦੇ ਬੇਸ ਦੇ ਉੱਤੇ। ਇਹ ਨਹੀਂ ਕਿ ਕੌਣ ਕੀ ਕਹਿੰਦਾ, ਬਾਬਾ ਕੀ ਕਹਿੰਦਾ, ਭਾਈ ਕੀ ਕਹਿੰਦਾ, ਨਾ, ਅਮੀਰ ਕੀ ਕਹਿੰਦਾ, ਗਰੀਬ ਕੀ ਕਹਿੰਦਾ, ਰਾਜਨੀਤਿਕ ਬੰਦਾ ਕੀ ਕਹਿੰਦਾ ਹੈ, ਜਾਂ ਪ੍ਰਜਾ ਕੀ ਕਹਿੰਦੀ ਹੈ, ਗੱਲ ਇਹ ਨਹੀਂ ਹੈ। ਗੱਲ ਇਹ ਹੈ ਕਿ ਸੱਚ ਕੀ, ਸਾਡੀ ਮੈਂਟੈਲਿਟੀ, ਸਾਡੇ ਬੋਲ, ਸਾਡਾ ਵਿਹਾਰ ਸੱਚ ਤੇ ਪਰਖਿਆ ਜਾਣਾ ਚਾਹੀਦਾ ਹੈ, ਕਿਉਂਕਿ ਰੱਬ ਸੱਚਾ ਹੈ, ਉਹਦਾ ਦਰਬਾਰ ਸੱਚਾ ਹੈ, ਤੇ ਸੱਚੇ ਦੇ ਦਰਬਾਰ ਤੇ ਝੂਠਾ ਕਿਵੇਂ ਪੂਰਾ ਉਤਰੇਗਾ? ਗੁਰੂ ਜੀ ਦਾ ਪਾਵਨ ਬਚਨ ਹੈ, ਖਰੇ ਖਜ਼ਾਨੇ ਪਾਈਏ, ਖੋਟੇ ਸੱਟੀਆਂ ਬਾਹਰ ਵਾਰ। ਹੁਣ ਜੇ ਇੰਗਲੈਂਡ ਦੇ ਵਿੱਚ ਅਸੀਂ ਬੈਠੇ ਹਾਂ ਤੇ ਇੱਥੇ ਕੋਈ ਨਕਲੀ ਕਰੰਸੀ ਛਾਪੇ, ਤਾਂ ਕੀ ਉਹ ਨਕਲੀ ਕਰੰਸੀ ਪ੍ਰਵਾਨ ਹੋਏਗੀ? ਕਦੇ ਵੀ ਨਹੀਂ। ਨਕਲੀ ਕਰੰਸੀ ਬਣਾਉਣ ਵਾਲਾ ਤੇ ਸਗੋਂ ਜੇਲ੍ਹ ਵਿੱਚ ਜਾਏਗਾ। ਤਾਂ ਇਸੇ ਤਰ੍ਹਾਂ ਜਿਹੜੀ ਅਸਲੀ ਕਰੰਸੀ ਹੈ, ਜਿਹਦੇ ਤੇ ਦੇਸ਼ ਦੇ ਗਵਰਨਰ ਦੀ ਮੋਹਰ ਹੈ, ਉਹ ਖਜ਼ਾਨੇ ਵਿੱਚ ਪਾਈ ਜਾਂਦੀ ਹੈ, ਨਕਲੀ ਨੂੰ ਬਾਹਰ ਸੁੱਟ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਜੋ ਸੱਚ ਦੇ ਉੱਤੇ ਪੂਰਾ ਉਤਰਦੇ ਨੇ, ਉਹ ਪ੍ਰਭੂ ਦੇ ਦਰ ਤੇ ਪ੍ਰਵਾਨ ਹੋ ਜਾਂਦੇ ਨੇ, ਬਾਕੀ ਦੇ ਬਾਹਰ ਸੁੱਟ ਦਿੱਤੇ ਜਾਂਦੇ ਨੇ। ਬਾਹਰ ਦਾ ਮਤਲਬ ਕਿ ਉਹ ਸੱਚ ਤੇ ਪੂਰੇ ਨਹੀਂ ਉਤਰੇ, ਤਾਂ ਉਹਨਾਂ ਨੂੰ ਅਸੀਂ ਪੂਰੇ ਨਹੀਂ ਕਹਿ ਸਕਦੇ, ਉਹਨਾਂ ਨੂੰ ਅਸੀਂ ਸਚਿਆਰ ਨਹੀਂ ਕਹਿ ਸਕਦੇ, ਉਹਨਾਂ ਦੀ ਜ਼ਿੰਦਗੀ ਅੰਦਰ ਖੁਸ਼ੀਆਂ ਖੇੜੇ ਨਹੀਂ ਆ ਸਕਦੇ। ਹੁਣ ਉਸ ਦਰਬਾਰ ਦੇ ਅੰਦਰ ਸ਼ੋਭਾ ਕੌਣ ਪਾਉਂਦਾ ਹੈ? ਸੱਚਾ ਆਪ, ਸੱਚਾ ਦਰਬਾਰ। ਤਿੱਥੈ ਸੋਹਨ, ਤਿੱਥੈ ਦਾ ਮਤਲਬ ਉਥੇ ਨੂੰ ਤਿੱਥੇ ਨਹੀਂ ਪੜਨਾ, ਡਬਲ ਮਾਤਰਾ ਨੇ, ਤਿੱਥੈ ਉਥੇ, ਸੋਹਨ ਸ਼ੋਭਦੇ ਨੇ, ਪੰਚ ਪ੍ਰਵਾਨ, ਜਿਹੜੇ ਪੰਚ ਜਨ ਨੇ ਉਹ ਉੱਥੇ ਪ੍ਰਵਾਨ ਹੁੰਦੇ ਨੇ, ਤੇ ਉਹ ਪੰਚ ਉੱਥੇ ਸ਼ੋਭਾ ਪਾਉਂਦੇ। ਹੁਣ ਇਹ ਪੰਚ ਕੌਣ ਨੇ? ਪੰਚ ਦਾ ਮਤਲਬ ਸਚਿਆਰ ਬੰਦਾ, ਜੋ ਰੱਬੀ ਰਜ਼ਾ ਦੇ ਵਿੱਚ ਤੁਰਦਾ ਹੈ, ਜੋ ਹੁਕਮ ਰਜ਼ਾਈ ਅਨੁਸਾਰ ਜ਼ਿੰਦਗੀ ਜੀਂਦਾ ਹੈ। ਸੁਣਨ ਔਰ ਮੰਨਣ ਦੀਆਂ ਪੌੜੀਆਂ ਤੋਂ ਬਾਅਦ ਆਇਆ ਸੀ ਨਾ, ਪੰਚ ਪ੍ਰਵਾਨ, ਪੰਚ ਪ੍ਰਧਾਨ, ਪੰਚੇ ਪਾਵੈ ਦਰਗਾਹ ਮਾਨ, ਪੰਚੇ ਸੋਹੈ ਦਰ ਰਾਜਾਨ। ਕਿਉਂ ਸ਼ੋਭਾ ਪਾਉਂਦੇ ਨੇ? ਪੰਚਾਂ ਕਾ ਗੁਰ ਏਕ ਧਿਆਨ। ਪੰਚ ਉਹ ਨੇ ਜਿਨ੍ਹਾਂ ਦਾ ਧਿਆਨ ਗੁਰੂ ਵਿੱਚ ਹੈ,
ਜਿਨ੍ਹਾਂ ਦੇ ਧਿਆਨ ਵਿੱਚ ਇੱਕ ਗੁਰੂ ਹੈ, ਜੋ ਰੱਬੀ ਰਜ਼ਾ ਮੁਤਾਬਕ ਜ਼ਿੰਦਗੀ ਜੀਂਦੇ ਨੇ, ਉਹ ਫਿਰ ਉੱਥੇ ਸ਼ੋਭਾ ਪਾਉਂਦੇ ਨੇ। ਉੱਥੇ ਕਿੱਥੇ? ਇਸ ਜਗਤ ਦੇ ਅੰਦਰ, ਜਿੱਥੇ ਸੱਚ ਦੇ ਬੇਸ ਤੇ ਪਰਖ ਹੁੰਦੀ ਹੈ ਨਾ, ਜਿੱਥੇ ਯੂਨੀਵਰਸਲ ਟਰੁੱਥ ਦੇ ਬੇਸ ਤੇ ਜ਼ਿੰਦਗੀ ਪਰਖੀ ਜਾਂਦੀ ਹੈ, ਉੱਥੇ ਫਿਰ ਉਹ ਲੋਕ ਸ਼ੋਭਾ ਪਾਉਂਦੇ ਨੇ। ਉਹਨਾਂ ਦਾ ਮੁੱਖ ਉਜਲਾ ਹੁੰਦਾ ਹੈ ਵੀ ਇਹ ਬੰਦਾ ਪੂਰਾ, ਦੂਜੇ ਨਹੀਂ। ਜਦੋਂ ਪਰਖ ਕੀਤੀ ਜਾਂਦੀ ਹੈ, ਉੱਥੇ ਫਿਰ ਉਹ ਸ਼ੋਭਾ ਪਾਉਂਦੇ ਨੇ। ਇਹ ਨਹੀਂ ਕਿ ਮਰਨ ਤੋਂ ਬਾਅਦ ਅੱਗੇ ਜਾ ਕੇ ਸ਼ੋਭਾ ਪਾਉਂਦੇ ਨੇ, ਕਿਉਂਕਿ ਰੱਬ ਸਾਰੇ ਸੰਸਾਰ ਵਿੱਚ ਵਿਆਪਕ ਹੈ ਨਾ। ਇਹ ਜਗ ਸੱਚੇ ਕੀ ਹੈ ਕੋਠੜੀ। ਤਾਂ ਅਸੀਂ ਆਪਣੇ ਆਪ ਨੂੰ ਇਸ ਬੇਸ ਤੇ ਪਰਖਣਾ ਹੈ ਕਿ ਕੀ ਅਸੀਂ ਸ਼ੋਭਾ ਪਾ ਸਕਦੇ ਹਾਂ, ਅਸੀਂ ਯੂਨੀਵਰਸਲ ਟਰੁੱਥ ਦੇ ਉੱਤੇ ਸਾਡਾ ਜੀਵਨ ਪੂਰਾ ਉਤਰਦਾ ਹੈ, ਮੇਰੇ ਬੋਲ, ਮੇਰੀ ਸੋਚ, ਮੇਰਾ ਵਿਹਾਰ ਪੂਰਾ ਉਤਰਦਾ ਹੈ। ਜੇ ਤੇ ਅੰਦਰੋਂ ਆਵਾਜ਼ ਆਉਂਦੀ ਹੈ ਕਿ ਹਾਂ ਪੂਰਾ ਉਤਰਦਾ ਹੈ, ਫਿਰ ਤਾਂ ਜ਼ਿੰਦਗੀ ਮੁਬਾਰਕ ਹੈ ਭਾਈ। ਸ਼ਾਬਾਸ਼ ਉਸ ਮਨੁੱਖ ਦੇ, ਉਸ ਵੀਰ ਦੇ, ਭੈਣ ਦੇ, ਬੱਚੀ, ਬੱਚੇ, ਬਜ਼ੁਰਗ ਦੇ। ਤੇ ਜੇ ਸਾਡਾ ਜੀਵਨ ਪੂਰਾ ਨਹੀਂ ਉਤਰਦਾ, ਜੇ ਕਿਤੇ ਦੋਸ਼ ਨੇ, ਤਾਂ ਨਿਰਾਸ਼ ਹੋਣ ਦੀ ਲੋੜ ਨਹੀਂ ਹੈ। ਨਹੀਂ ਸੀ ਪਤਾ, ਕੋਈ ਗੱਲ ਨਹੀਂ, ਹੁਣ ਪਤਾ ਲੱਗ ਗਿਆ ਤੇ ਹੁਣ ਅਸੀਂ ਉਹਨਾਂ ਭੁੱਲਾਂ ਨੂੰ ਛੱਡ ਸਕਦੇ ਹਾਂ, ਆਪਣੇ ਸੁਭਾਅ ਨੂੰ ਬਦਲ ਸਕਦੇ ਹਾਂ। ਅਸੀਂ 2-4 ਮਹੀਨੇ ਟਰਾਈ ਕਰੀਏ ਤਾਂ ਬਦਲ ਸਕਦੇ ਹਾਂ। ਵੈਸੇ ਤੇ ਕਿਸੇ ਆਦਤ ਨੂੰ ਬਦਲਣ ਵਾਸਤੇ 20-25 ਦਿਨ ਦਾ ਸਮਾਂ ਤਾਂ ਲੱਗਦਾ ਹੀ ਹੈ, ਲੇਕਿਨ ਥੋੜਾ ਹੋਰ ਜ਼ਿਆਦਾ ਟਾਈਮ ਲੱਗ ਜਾਏਗਾ। ਜਲਦੀ ਵੀ ਬਦਲੀ ਜਾ ਸਕਦੀ ਹੈ। ਇਹ ਤੇ ਮਨੁੱਖ ਤੇ ਡਿਪੈਂਡ ਕਰਦਾ ਹੈ ਕਿ ਉਹ ਕਿੰਨੀ ਸ਼ਿੱਦਤ ਨਾਲ, ਕਿੰਨੇ ਵਿਸ਼ਵਾਸ ਦੇ ਨਾਲ ਉਸ ਚੀਜ਼ ਨੂੰ ਬਦਲੇਗਾ। ਜੇ ਅਸੀਂ ਝੂਠ ਬੋਲਣਾ ਛੱਡਣਾ ਤੇ ਅੱਜ ਹੀ ਛੱਡ ਸਕਦੇ ਹਾਂ। ਜੇ ਅਸੀਂ ਕਿਸੇ ਨਾਲ ਈਰਖਾ ਦੁਆਸ਼ ਖਤਮ ਕਰਨਾ ਤੇ ਅੱਜ ਖਤਮ ਕਰ ਸਕਦੇ ਹਾਂ। ਜੇ ਸਾਡੀ ਘਰ ਵਿੱਚ ਕਿਸੇ ਮੈਂਬਰ ਨਾਲ ਅਣਬਣ ਹੈ, ਥੋੜਾ ਵਿਚਾਰ ਨਹੀਂ ਰਲਦੇ, ਕੋਈ ਸਾਨੂੰ ਫਿੱਕਾ ਬੋਲ ਦਿੱਤਾ ਘਰ ਦੇ ਵਿੱਚ ਕਿਸੇ ਨੇ, ਜਾਂ ਦੂਜੇ ਨੂੰ ਅਸੀਂ ਬੋਲ ਦਿੱਤਾ, ਤੇ ਇੱਕ ਦੂਜੇ ਤੋਂ ਮੁਆਫੀ ਮੰਗ ਸਕਦੇ ਹਾਂ, ਗਲੇ ਲੱਗ ਸਕਦੇ ਹਾਂ ਇੱਕ ਦੂਜੇ ਦੇ ਨਾਲ, ਅੱਜ ਹੀ ਲੱਗ ਸਕਦੇ ਹਾਂ। ਇਹ ਤੇ ਹੁਣ ਸਾਡੇ ਤੇ ਡਿਪੈਂਡ ਕਰੇਗਾ ਨਾ। ਤਿੱਥੇ ਸੋਹਨ ਪੰਚ ਪ੍ਰਵਾਨ ਰੱਬੀ ਦਰ ਦੇ ਉੱਤੇ, ਜਿੱਥੇ ਸੱਚ ਦੇ ਬੇਸ ਤੇ ਫੈਸਲਾ ਹੁੰਦਾ ਹੈ, ਉੱਥੇ ਪ੍ਰਵਾਨ ਉਹ ਹੁੰਦੇ ਨੇ ਜੋ ਪੰਚ ਨੇ, ਜਿਨ੍ਹਾਂ ਦਾ ਧਿਆਨ ਇੱਕ ਗੁਰੂ ਵਿੱਚ ਹੈ। ਪੰਚਮ ਪੰਚ ਪ੍ਰਧਾਨ ਤੇ ਜਿਹ ਜਾਣਿਓ ਪਰਪੰਚ, ਜਿਨ੍ਹਾਂ ਨੇ ਐਸ ਠੱਗੀਆਂ ਠੋਰੀਆਂ ਦੇ ਵਿੱਚੋਂ ਆਪਣੇ ਸੋਚ ਨੂੰ ਉੱਚਾ ਕਰ ਲਿਆ ਹੈ, ਉਹਨਾਂ ਨੂੰ ਸ਼ੋਭਾ ਮਿਲਦੀ ਹੈ। ਤੇ ਇਸ ਦੁਨੀਆ ਵਿੱਚ ਝਾਤ ਮਾਰ ਕੇ ਵੇਖ ਲਓ, ਸਾਡੇ ਸਮਾਜ ਵਿੱਚ ਜਿਸ ਅਸੀਂ ਆਮ ਜ਼ਿੰਦਗੀ ਜੀ ਰਹੇ ਹਾਂ, ਕਿੰਨੇ ਲੋਕ ਬੰਦੇ ਨੇ ਜਿਨ੍ਹਾਂ ਨੂੰ ਲੋਕ ਪਿਆਰ ਕਰਦੇ ਨੇ, ਸਤਿਕਾਰ ਦਿੰਦੇ ਨੇ, ਤੇ ਕਿੰਨੇ ਲੋਕ ਐਸੇ ਨੇ ਜਿਨ੍ਹਾਂ ਤੋਂ ਲੋਕ ਕੱਟਦੇ ਨੇ। ਇਹ ਤੇ ਅਸੀਂ ਆਪ ਵੀ ਪਰਖ ਕਰ ਸਕਦੇ ਹਾਂ ਕਿ ਜਦੋਂ ਤੁਸੀਂ ਕਿਸੇ ਦੇ ਘਰ ਜਾਂਦੇ ਹੋ, ਲੋਕ ਤੁਹਾਡੇ ਤੋਂ ਕੱਟਦੇ ਨੇ, ਤੁਹਾਨੂੰ ਝੱਲ ਰਹੇ ਨੇ, ਜਾਂ ਕਿ ਤੁਹਾਡੇ ਵਾਸਤੇ ਦਿਲਾਂ ਦੇ ਦਰਵਾਜ਼ੇ ਖੁੱਲੇ ਨੇ। ਇਹ ਤਾਂ ਬੰਦੇ ਨੂੰ ਪਤਾ ਲੱਗ ਜਾਂਦਾ ਨਾ। ਅਸੀਂ ਆਪਣੇ ਆਪ ਬਾਰੇ, ਤੁਸੀਂ ਮੇਰੇ ਬਾਰੇ ਤਾਂ ਨਹੀਂ ਜਾਣਦੇ, ਕਿਉਂਕਿ ਮੇਰੀਆਂ ਸਿਰਫ ਗੱਲਾਂ ਹੀ ਸੁਣੀਆਂ ਨੇ ਆਨਲਾਈਨ ਜਾਂ ਕਥਾ ਸੁਣੀ ਹੈ, ਪਰ ਮੇਰਾ ਅਸਲੀ ਜੀਵਨ, ਮੇਰੀ ਅਸਲੀ ਸੋਚ, ਉਹਦੇ ਬਾਰੇ ਮੈਂ ਖੁਦ ਤਾਂ ਜਾਣਦਾ ਨਾ। ਤਾਂ ਮੈਨੂੰ ਖੁਦ ਨੂੰ ਵੇਖਣਾ ਚਾਹੀਦਾ ਕਿ ਕੀ ਮੈਂ ਇਸ ਕਸਵੱਟੀ ਤੇ ਪੂਰਾ ਉਤਰਦਾ। ਜੇ ਉਤਰਦਾ ਤਾਂ ਠੀਕ ਹੈ, ਮੁਬਾਰਕ ਹੈ ਮੇਰੀ ਜ਼ਿੰਦਗੀ। ਪਰ ਜੇ ਮੇਰੇ ਵਿੱਚ ਦੋਸ਼ ਨੇ ਤਾਂ ਮੈਨੂੰ ਆਪਣੇ ਦੋਸ਼ ਦੂਰ ਕਰਨੇ ਚਾਹੀਦੇ ਨੇ। ਸਾਨੂੰ ਬਾਣੀ ਦੀ ਕਸਵੱਟੀ ਤੇ ਪਰਖਣਾ ਚਾਹੀਦਾ। ਇਸ ਲਈ ਮੇਰੀਆਂ ਗੱਲਾਂ ਦੀ ਕੋਈ ਵੈਲਿਊ ਨਹੀਂ ਹੈ, ਇਹਨਾਂ ਦੀ ਟੁੱਟੀ ਦੁਆਨੀ ਵੀ ਵੈਲਿਊ ਨਹੀਂ। ਮੇਰੀ ਹਰ ਗੱਲ ਨੂੰ ਗੁਰਬਾਣੀ ਦੀ ਕਸਵੱਟੀ ਤੇ ਜ਼ਰੂਰ ਪਰਖ ਲੈਣਾ। ਜੇ ਗੁਰਬਾਣੀ ਦੀ ਕਸਵੱਟੀ ਤੇ ਚੀਜ਼ ਪੂਰੀ ਉਤਰਦੀ ਹੈ, ਉਹ ਮੇਰੀ ਗੱਲ ਠੀਕ ਹੈ, ਜਿਹੜੀ ਨਹੀਂ ਉਤਰਦੀ ਉਹਨੂੰ ਰੱਦ ਕਰ ਦਿਓ। ਇਸੇ ਤਰ੍ਹਾਂ ਤੁਹਾਡੀ ਚੀਜ਼ ਵੀ ਜੋ ਬਾਣੀ ਦੀ ਕਸਵੱਟੀ ਤੇ ਪੂਰੀ ਉਤਰਦੀ ਹੈ, ਠੀਕ ਹੈ, ਬਾਕੀ ਨੂੰ ਰੱਦ ਕਰ ਦਿਓ। ਕੋਈ ਬਾਬਾ, ਕੋਈ ਬੰਦਾ, ਜੇ ਗੁਰਬਾਣੀ ਦੀ ਕਸਵੱਟੀ ਤੇ ਚੀਜ਼ ਪੂਰੀ ਉਤਰਦੀ ਹੈ, ਠੀਕ ਹੈ, ਨਹੀਂ ਤਾਂ ਗਲਤ ਹੈ। ਸੁਨਿਆਰੇ ਵੀਰ ਕੋਲ ਜਾਓ, ਉਹ ਤੁਹਾਡੇ ਸੋਨੇ ਨੂੰ ਕਸਵੱਟੀ ਤੇ ਲਾ ਕੇ ਪਰਖਦਾ ਹੈ। ਕਸਵੱਟੀ ਦੱਸਦੀ ਹੈ ਕਿ ਸੋਨਾ ਅਸਲੀ ਕਿ ਨਕਲੀ ਹੈ। ਜੇ ਉਹਦੀ ਕਸਵੱਟੀ ਤੇ ਪੂਰਾ ਉਤਰਦਾ ਹੈ ਤਾਂ ਉਹ ਖਰੀਦ ਲੈਂਦਾ ਹੈ, ਤੇ ਜੇ ਕਸਵੱਟੀ ਤੇ ਪੂਰਾ ਨਹੀਂ ਉਤਰਦਾ, ਉਹ ਕਹਿ ਦਿੰਦਾ ਭਰਾ ਇਹ ਨਕਲੀ ਹੈ। ਸਾਡੇ ਕੋਲ ਕਸਵੱਟੀ ਕੀ ਹੈ? ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਸਾਡੇ ਜੀਵਨ ਦੀ ਕਸਵੱਟੀ ਹੈ, ਸਿੱਖ ਦੇ ਜੀਵਨ ਦੀ ਕਸਵੱਟੀ ਹੈ ਕਿ ਇਸ ਪਾਵਨ ਬਾਣੀ ਦੇ ਉੱਤੇ ਸਾਡੀ ਜੀਵਨ ਪੂਰਾ ਉਤਰਦਾ ਹੈ ਤਾਂ ਮੁਬਾਰਕ ਹੈ।
ਜਿਹੜੀ ਗੱਲ ਗੁਰਬਾਣੀ ਦੀ ਕਸਵੱਟੀ ਤੇ ਨਹੀਂ ਉਤਰਦੀ ਪੂਰੀ ਛੱਡ ਦਿਓ। ਜੋਤ ਕੁੰਭ ਨਾਰੀਅਲ ਵਗੈਰਾ ਵਗੈਰਾ ਚੀਜ਼ਾਂ ਨਹੀਂ ਪੂਰੀਆਂ ਉਤਰਦੀਆਂ। ਵਰਤਨ ਰਾਤੇ ਸਰਾਧ ਦਾ ਤੀਰਥ ਯਾਤਰਾ ਨਹੀਂ ਪੂਰੀਆਂ ਉਤਰਦੀਆਂ। ਜਪ ਤਪ ਸੰਜਮ ਸਾਧਨ ਨੇ ਨਹੀਂ ਪੂਰੇ ਉਤਰਦੇ। ਛੱਡੋ ਇਹਨਾਂ ਨੂੰ, ਹੁਕਮ ਰਜ਼ਾਈ ਚੱਲਣਾ। ਤਾਂ ਅਗਲਾ ਬਚਨ ਕਰਦੇ ਨੇ, ਨਦਰੀ ਕਰਮ ਪਵੈ ਨਿਸ਼ਾਨ। ਕਰਮ ਦੇ ਮੰਮੇ ਨਾਲ ਸਿਹਾਰੀ, ਇਹ ਕਰਮ ਦੁਆਰਾ ਕਿਰਪਾ ਕਰਕੇ। ਨਦਰੀ, ਇਹਨੂੰ ਬਿੰਦੀ ਨਹੀਂ ਲਾਣੀ, ਨਦਰੀ। ਨਦਰੀ ਦਾ ਮਤਲਬ ਨਦਰ ਦਾ ਮਾਲਕ ਰੱਬ। ਕਰਮ ਦਾ ਮਤਲਬ ਕਿਰਪਾ ਦੁਆਰਾ। ਪਵੇ ਨਿਸ਼ਾਨ ਦਾ ਮਤਲਬ ਉਹਦੇ ਮਸਤਕ ਤੇ ਨਿਸ਼ਾਨ ਲੱਗ ਜਾਂਦਾ ਹੈ। ਇਹਦਾ ਮਤਲਬ ਇਹ ਨਹੀਂ ਕਿ ਮੱਥੇ ਤੇ ਕੋਈ ਟਿੱਕਾ ਲੱਗ ਜਾਂਦਾ ਹੈ, ਭਾਵ ਕਿ ਉਹਦੇ ਚਿਹਰੇ ਤੇ, ਉਹਦੇ ਜੀਵਨ ਵਿੱਚ ਉਹ ਕਰਮ ਚਮਕ ਪੈਂਦੇ ਨੇ। ਉਹਨੂੰ ਫਿਰ ਇਸ ਦੁਨੀਆ ਵਿੱਚ ਮਾਣ ਮਿਲਦਾ ਹੈ। ਦੇਖੋ, ਸਾਡੇ ਸਾਰਿਆਂ ਦੇ ਹੀ ਕਰਮ ਚਮਕ ਰਹੇ ਨੇ। ਕਰਮ ਚਮਕਣ ਦਾ ਮਤਲਬ ਕਿਸੇ ਦੇ ਅੰਦਰ ਕ੍ਰੋਧ ਚਮਕ ਰਿਹਾ, ਬਿਲਕੁਲ ਸਾਫ਼। ਕਿਸੇ ਦੇ ਅੰਦਰ ਲੋਭ ਚਮਕ ਰਿਹਾ ਹੈ, ਕਿਸੇ ਦੇ ਅੰਦਰ ਮੋਹ ਚਮਕ ਰਿਹਾ ਹੈ। ਤੇ ਜਿਹੜੇ ਰੱਬ ਦੇ ਪਿਆਰੇ ਨੇ, ਜੋ ਰੱਬ ਦੀ ਰਹਿਮਤ ਦਾ ਪਾਤਰ ਬਣਦੇ ਨੇ, ਉਹਨਾਂ ਦੀ ਜ਼ਿੰਦਗੀ ਵਿੱਚ ਸਤ, ਸੰਤੋਖ, ਦਇਆ, ਧਰਮ, ਧੀਰਜ, ਗਿਆਨ, ਵੈਰਾਗ, ਨਿਮਾਨਤਾ, ਸੇਵਾ, ਸਿਮਰਨ, ਪ੍ਰੇਮ, ਨਿਰਭੈਤਾ, ਨਿਰਵੈਰਤਾ, ਇਹ ਗੁਣ ਚਮਕ ਰਹੇ ਨੇ, ਪ੍ਰਤੱਖ ਦਿਸ ਰਹੇ ਨੇ। ਭਗਤ ਪੂਰਨ ਸਿੰਘ ਜੀ ਦੀ ਮੈਂ ਆਮ ਗੱਲ ਕਰਦਾ, ਪ੍ਰਤੱਖ ਦਿਸਦਾ ਸੀ ਨਾ ਕਿ ਸੇਵਾਦਾਰ ਬੰਦਾ। ਕਿੰਨੇ ਲੋਕਾਂ ਨੂੰ ਸੰਭਾਲਿਆ। ਅਸੀਂ ਆਪਣੇ ਮਾਂ-ਬਾਪ ਨੂੰ ਨਹੀਂ ਸੰਭਾਲ ਸਕੇ, ਉਹ ਬੰਦੇ ਨੇ ਉਹਨਾਂ ਲੋਕਾਂ ਨੂੰ ਸੰਭਾਲਿਆ ਜਿਨ੍ਹਾਂ ਨੂੰ ਬੱਚੇ ਵੀ ਨਹੀਂ ਸੰਭਾਲ ਸਕੇ, ਜਿਨ੍ਹਾਂ ਦੀ ਮਾਨਸਿਕ ਦਸ਼ਾ ਠੀਕ ਨਹੀਂ ਸੀ। ਐਸਾ ਬੰਦਾ ਜੇ ਗਾਂ ਮੱਝ ਦਾ ਗੋਹਾ ਵੀ ਸੜਕ ਤੇ ਪਿਆ ਹੈ ਨਾ, ਤੇ ਉਹਨੇ ਆਪਣੇ ਹੱਥਾਂ ਦੇ ਨਾਲ ਚੁੱਕ ਕੇ ਕਿਸੇ ਰੁੱਖ ਜਾਂ ਫਸਲ ਦੇ ਵਿੱਚ ਪਾਇਆ ਹੈ ਕਿ ਵਿਅਰਥ ਨਾ ਜਾਏ, ਚਮਕ ਰਿਹਾ ਹੈ ਗੁਣ ਸਾਹਮਣੇ। ਸਾਡੇ ਸੁਭਾਅ ਚੋਂ, ਸਾਡੇ ਮਿਲਵਰਤ ਚੋਂ ਤੋਂ ਦੱਸੇਗਾ ਕਿ ਅਸੀਂ ਕਿੱਥੇ ਖੜੇ ਹਾਂ। ਨਦਰੀ ਕਰਮ ਪਵੇ ਨਿਸ਼ਾਨ, ਇਸੇ ਨੂੰ ਕਹਿੰਦੇ ਨੇ ਕਿ ਰੱਬ ਦੀ ਰਹਿਮਤ ਦਾ ਨਿਸ਼ਾਨ ਫਿਰ ਉਹਦੇ ਮਸਤਕ ਤੇ ਚਮਕਦਾ ਹੈ। ਤੇ ਮਸਤਕ ਤੇ ਕਿਵੇਂ ਚਮਕਦਾ ਹੈ? ਹੁਣ ਦੇਖੋ, ਫਰੀਦਾ ਤਿਨਾ ਮੁਖ ਡਰਾਵਣੇ, ਜਿਨੀ ਵਿਸਾਰਿਓ ਨਾ ਨਾਉ। ਜਿਨ੍ਹਾਂ ਨੇ ਸੱਚ ਨੂੰ ਵਿਸਾਰ ਦਿੱਤਾ, ਉਹਨਾਂ ਦੇ ਚਿਹਰੇ ਬੜੇ ਡਰਾਵਣੇ, ਬੜੇ ਭੈਭੀਤ ਕਰ ਦੇਣ ਵਾਲੇ ਨੇ। ਔਰ ਹਕੀਕਤ ਹੈ, ਮਨੁੱਖ ਦਾ ਚਿਹਰਾ ਵੇਖੋ ਕਿੰਨਾ ਭੈਭੀਤ ਕਰ ਦੇਣ ਵਾਲਾ ਹੈ। ਕਿੰਨੇ ਨੇ ਐਸੇ ਕਰਮ ਕੀਤੇ ਨੇ ਜਿਸ ਤੋਂ ਅੰਦਰਲੀ ਰੂਹ ਕੰਬ ਜਾਂਦੀ ਹੈ। ਨਿੱਕੇ ਨਿੱਕੇ ਬੱਚਿਆਂ ਤੇ ਅਤਿਆਚਾਰ, ਕਿੰਨੇ ਲੱਖਾਂ ਦੀ ਗਿਣਤੀ ਦੇ ਅੰਦਰ ਲੋਕ ਮਾਰੇ ਗਏ। ਹਿਟਲਰ ਦੇ ਟਾਈਮ ਚੈਂਬਰਾਂ ਦੇ ਵਿੱਚ ਪਾ ਪਾ ਕੇ ਬੰਦੇ ਸਾੜੇ। ਕਿੰਨਾ ਡਰਾਵਣਾ ਚਿਹਰਾ ਨਾ ਬੰਦੇ ਦਾ, ਚਮਕ ਰਿਹਾ ਨਾ ਚਿਹਰੇ ਦੇ। ਹੁਣ ਸਾਡੇ ਚਿਹਰੇ ਵਿੱਚ, ਸਾਡੀ ਮੈਂਟੈਲਿਟੀ ਵਿੱਚ ਕੀ ਚਮਕ ਰਿਹਾ ਹੈ, ਇਹ ਮੈਂ ਜਾਣਦਾ ਆਪਣੇ ਬਾਰੇ, ਤੁਸੀਂ ਜਾਣਦੇ ਹੋ ਆਪਣੇ ਬਾਰੇ। ਤਾਂ ਗੁਰੂ ਜੀ ਕਹਿੰਦੇ ਨੇ, ਜੋ ਫਿਰ ਰੱਬ ਦੀ ਰਜ਼ਾ ਦੇ ਅੰਦਰ ਤੁਰਦੇ ਨੇ, ਜੋ ਉਸ ਰੱਬ ਦੇ ਦਰ ਤੇ ਸ਼ੋਭਦੇ ਨੇ, ਉਹਨਾਂ ਦੇ ਮਸਤਕ ਦੇ ਉੱਤੇ ਨਿਸ਼ਾਨ ਚਮਕਦਾ ਹੈ, ਭਾਵ ਕਿ ਉਹਨਾਂ ਦੇ ਅੰਦਰ ਇਹ ਗੁਣ ਪ੍ਰਗਟ ਹੋ ਜਾਂਦੇ ਨੇ। ਕੱਚ ਪਕਾਈ ਉੱਥੇ ਪਾਏ। ਉੱਥੇ ਪਾਏ ਦਾ ਮਤਲਬ ਹੈ ਜਾਣੀ ਜਾਂਦੀ ਹੈ। ਕਚਿਆਈ ਔਰ ਪਕਿਆਈ, ਕੌਣ ਕੱਚਾ ਕੌਣ ਪੱਕਾ, ਕੌਣ ਸੱਚਾ ਕੌਣ ਝੂਠਾ, ਕੌਣ ਧਰਮੀ ਕੌਣ ਅਧਰਮੀ, ਕੌਣ ਸਹੀ ਕੌਣ ਗਲਤ, ਇਹਦਾ ਪਤਾ ਉੱਥੇ ਜਾ ਕੇ ਲੱਗਦਾ। ਉੱਥੇ ਦਾ ਮਤਲਬ ਇਹ ਨਹੀਂ ਕਿ ਮਰਨ ਤੋਂ ਬਾਅਦ ਪਤਾ ਲੱਗਦਾ। ਉੱਥੇ ਦਾ ਮਤਲਬ ਜਿੱਥੇ ਸੱਚ ਦੇ ਬੇਸ ਦੇ ਉੱਤੇ ਚੀਜ਼ ਪਰਖੀ ਜਾਂਦੀ ਹੈ, ਜਿੱਥੇ ਵੇਖਿਆ ਜਾਂਦਾ ਹੈ ਕਿ ਰੱਬੀ ਰਜ਼ਾ ਦੇ ਅੰਦਰ ਸੱਚ ਨੂੰ ਆਧਾਰ ਬਣਾ ਕੇ ਮਨੁੱਖੀ ਫਰਜ਼ਾਂ ਨੂੰ ਕੌਣ ਪੂਰੀਆਂ ਕਰ ਰਿਹਾ ਹੈ। ਇਸ ਜਗ੍ਹਾ ਤੇ ਜਾ ਕੇ ਪਤਾ ਲੱਗਦਾ ਹੈ ਕਿ ਕੌਣ ਕੱਚਾ ਹੈ ਤੇ ਕੌਣ ਪੱਕਾ। ਆਪਣਾ ਜੀਵਨ ਤੇ ਸਾਰੇ ਚਲਾ ਰਹੇ ਨੇ, ਮੈਂ ਆਪਣੇ ਬੱਚੇ ਪਾਲ ਰਿਹਾ, ਤੁਸੀਂ ਆਪਣੇ ਪਾਲ ਰਹੇ ਹੋ, ਲੇਕਿਨ ਸੱਚ ਨੂੰ ਆਧਾਰ ਬਣਾ ਕੇ ਮਨੁੱਖੀ ਫਰਜ਼ਾਂ ਨੂੰ ਕੌਣ ਪੂਰੀਆਂ ਕਰਦਾ ਹੈ, ਜੇ ਇੱਥੇ ਜੀਵਨ ਨੂੰ ਪਰਖਿਆ ਜਾਏ, ਫਿਰ ਪਤਾ ਲੱਗੇਗਾ ਕੱਚਾ ਕੌਣ ਹੈ, ਪੱਕਾ ਕੌਣ ਹੈ, ਬੰਦਾ ਕੌਣ ਹੈ ਤੇ ਹੈਵਾਨ ਕੌਣ, ਕਰਤੂਤ ਪਸ਼ੂ ਕੀ ਮਾਨਸ ਜਾਤ ਕੌਣ ਹੈ ਤੇ ਮਾਨਸ ਕੌਣ ਹੈ। ਉੱਥੇ ਪਤਾ ਲੱਗੇਗਾ। ਉੱਥੇ ਦਾ ਮਤਲਬ ਜਿੱਥੇ ਪ੍ਰੈਕਟੀਕਲੀ ਪਰਖਿਆ ਬੰਦਾ ਪੂਰਾ ਉਤਰੇ ਕਿ ਸੱਚ ਨੂੰ ਆਧਾਰ ਬਣਾ ਕੇ ਮਨੁੱਖੀ ਫਰਜ਼ਾਂ ਨੂੰ ਪੂਰੀਆਂ ਕਰ ਰਹੇ, ਉੱਥੇ ਪਤਾ ਲੱਗਦਾ ਕੱਚਾ ਕੌਣ ਹੈ। ਜਦੋਂ ਯੂਨੀਵਰਸਲ ਟਰੁੱਥ ਦੇ ਬੇਸ ਦੇ ਉੱਤੇ ਜੀਵਨ ਨੂੰ ਪਰਖਿਆ ਜਾਂਦਾ, ਗੁਰਬਾਣੀ ਦੇ ਬੇਸ ਤੇ ਜੀਵਨ ਨੂੰ ਪਰਖਿਆ ਜਾਏ, ਫਿਰ ਪਤਾ ਲੱਗੇਗਾ ਕਿ ਕੱਚਾ ਕੌਣ ਹੈ ਤੇ ਪੱਕਾ ਕੌਣ। ਨਾਨਕ ਗਿਆ ਜਾਪੇ ਜਾਏ, ਇਹਨੂੰ ਗਿਆ ਨਹੀਂ ਪੜਨਾ, ਗਿਆ, ਗਿਆ ਦਾ ਮਤਲਬ ਜਾਇਆ, ਪਹੁੰਚਿਆ।
ਜਦੋਂ ਕੋਈ ਬੰਦਾ ਇਸ ਗਿਆਨ ਨੂੰ ਹਾਸਲ ਕਰਦਾ ਹੈ ਨਾ, ਜਾਏ ਦਾ ਮਤਲਬ ਜਾ ਕੇ, ਜਾਪੇ ਦਾ ਮਤਲਬ ਜਾਪਦਾ ਹੈ, ਦਿਸਦਾ ਹੈ, ਫਿਰ ਸਮਝ ਆਉਂਦੀ ਹੈ ਇਸ ਚੀਜ਼। ਜਦੋਂ ਅਸੀਂ ਆਪ ਇੱਥੇ ਜਾ ਕੇ ਜੀਂਦੇ ਆ ਨਾ, ਫਿਰ ਤਜਰਬਾ ਹੁੰਦਾ ਹੈ, ਫਿਰ ਸਮਝ ਪੈਂਦੀ ਹੈ। ਜਦੋਂ ਬੰਦਾ ਰੱਬੀ ਰਜ਼ਾ ਦੇ ਅੰਦਰ ਤੁਰਦਾ ਹੈ, ਇਸ ਰੱਬੀ ਰਜ਼ਾ ਦੇ ਵਰਤਾਰੇ ਨੂੰ ਸਮਝਦਾ ਹੈ ਕਿ ਇੱਥੇ ਰਾਤਾਂ ਨੇ, ਰੁੱਤਾਂ ਨੇ, ਥਿੱਤਾਂ ਨੇ, ਵਾਰ ਨੇ, ਪਵਨ ਪਾਣੀ ਅਗਨੀ ਪਾਤਾਲ ਹੈ। ਇੱਥੇ ਧਰਤੀ ਵੀ ਇੱਕ ਧਰਮਸ਼ਾਲਾ ਬਣੀ ਹੋਈ ਹੈ। ਇੱਥੇ ਅਨੇਕਾਂ ਜੀਵ ਨੇ, ਅਨੇਕਾਂ ਉਹਨਾਂ ਦੇ ਜੀਵਨ ਦੇ ਢੰਗ ਨੇ, ਅਨੇਕਾਂ ਉਹਨਾਂ ਦੇ ਰੰਗ ਨੇ, ਅਨੇਕਾਂ ਉਹਨਾਂ ਦੇ ਨਾਮ ਨੇ। ਇਹਨਾਂ ਦੇ ਅੰਦਰ ਰਹਿ ਕੇ ਮੈਂ ਆਪਣੇ ਫਰਜ਼ਾਂ ਨੂੰ ਪੂਰਿਆਂ ਕਰ, ਇਹਨਾਂ ਦੇ ਅੰਦਰ ਰਹਿੰਦਿਆਂ ਹੋਇਆਂ ਮੈਂ ਕਿਹੜੇ ਕਰਮ ਕੀਤੇ ਨੇ, ਉਹਨਾਂ ਕਰਮਾਂ ਦੇ ਆਧਾਰ ਦੇ ਉੱਤੇ ਫੈਸਲਾ ਹੋਏਗਾ ਤੇ ਉਹਨਾਂ ਕਰਮਾਂ ਨੂੰ ਸੱਚ ਦੇ ਬੇਸ ਦੇ ਉੱਤੇ ਪਰਖਿਆ ਜਾਏ। ਤੇ ਸੱਚ ਦੇ ਬੇਸ ਉੱਤੇ ਪਰਖਿਆ ਜਿਹੜਾ ਬੰਦਾ ਉਸ ਪਰਖ ਦੀ ਕਸਵੱਟੀ ਤੇ ਪੂਰਾ ਉਤਰੇ, ਉਹਨੂੰ ਪੰਚ ਕਹਿੰਦੇ ਨੇ। ਉਹ ਫਿਰ ਇਸ ਦੁਨੀਆ ਵਿੱਚ ਸ਼ੋਭਾ ਪਾਉਂਦਾ ਹੈ, ਉਹਦੇ ਮਸਤਕ ਦੇ ਉੱਤੇ ਨਿਸ਼ਾਨ ਚਮਕ ਪੈਂਦਾ ਹੈ, ਭਾਵ ਉਹਦੀ ਜ਼ਿੰਦਗੀ ਦੇ ਅੰਦਰ ਇਹ ਸ਼ੁਭ ਗੁਣ ਬਿਲਕੁਲ ਪ੍ਰਗਟ ਹੋ ਜਾਂਦੇ ਹਨ। ਤੇ ਜਿਹੜਾ ਬੰਦਾ ਇਸ ਜਗ੍ਹਾ ਤੇ ਪਹੁੰਚ ਜਾਂਦਾ ਹੈ, ਭਾਵ ਸੱਚ ਨੂੰ ਆਧਾਰ ਬਣਾ ਕੇ ਮਨੁੱਖੀ ਫਰਜ਼ਾਂ ਨੂੰ ਪੂਰਿਆਂ ਕਰਦਾ ਹੈ, ਇਸ ਪਰਖ ਦੀ ਕਸਵੱਟੀ ਤੇ ਪੂਰਾ ਉਤਰਦਾ ਹੈ, ਉਹ ਬੰਦਾ ਸਚਿਆਰ ਹੋ ਜਾਂਦਾ ਹੈ, ਉਹ ਬੰਦਾ ਧਰਮੀ ਹੈ। ਤਾਂ ਧਰਮ ਕੀ ਹੋਇਆ? ਸੱਚ ਨੂੰ ਆਧਾਰ ਬਣਾ ਕੇ ਮਨੁੱਖੀ ਫਰਜ਼ਾਂ ਨੂੰ ਪੂਰੇ ਕਰਨ ਦਾ ਨਾਮ ਧਰਮ ਹੈ। ਹੁਣ ਧਰਮੀ ਹੋਣਾ ਜਾਂ ਨਾ ਹੋਣਾ ਇਸ ਕਸਵੱਟੀ ਦੇ ਉੱਤੇ ਪਰਖਿਆ ਜਾਏ। ਜਿਹੜਾ ਇਸ ਕਸਵੱਟੀ ਤੇ ਪੂਰਾ ਉਤਰਦਾ ਹੈ ਉਹ ਧਰਮ। ਇੱਥੇ ਹਰ ਸ਼ੈ ਫਰਜ਼ ਨਿਭਾ ਰਹੀ ਹੈ, ਹੁਕਮ ਰਜ਼ਾ ਦੇ ਅੰਦਰ ਹੈ, ਅਸੀਂ ਵੀ ਰਜ਼ਾ ਭਾਣੇ ਦੇ ਵਿੱਚ ਤੁਰਨਾ ਹੈ, ਸੱਚ ਨੂੰ ਆਧਾਰ ਬਣਾ ਕੇ ਅਸੀਂ ਵੀ ਆਪਣੇ ਫਰਜ਼ਾਂ ਨੂੰ ਪੂਰਿਆਂ ਕਰਨਾ ਹੈ। ਮੈਂ ਇੱਥੇ ਖਿਮਾ ਦਾ ਜਾਚਕ ਹਾਂ। ਅੱਜ ਜੋ ਅਸੀਂ ਇਸ ਪੌੜੀ ਦੀ ਵਿਚਾਰ ਕੀਤੀ ਹੈ, ਇਸ ਪੌੜੀ ਦਾ ਨਾਮ ਧਰਮਖੰਡ ਹੈ, ਉਹ ਅਗਲੀ ਪੰਕਤੀ ਵਿੱਚ ਆਏਗਾ। ਅੱਜ ਦੀ ਇਸ ਪੌੜੀ ਦੇ ਅੰਦਰ ਜੇ ਕਿਸੇ ਵੀਰ ਭੈਣ ਦਾ ਕੋਈ ਸਵਾਲ ਹੈ ਤਾਂ ਉਹ ਸਵਾਲ ਕਰ ਸਕਦਾ ਹੈ। ਜੋ ਆਪਣੇ ਵਿਚਾਰ ਸੁਣੀ ਹੈ, ਇਹਦੇ ਬਾਰੇ ਆਪਣੇ ਕੋਈ ਵਿਊਜ਼ ਦੇਣੇ ਚਾਹੋ ਤੇ ਵਿਊਜ਼ ਦੇ ਸਕਦੇ ਹੋ, ਕੋਈ ਸੁਜੈਸ਼ਨ ਦੇਣਾ ਚਾਹੋ ਤਾਂ ਦੇ ਸਕਦੇ ਹੋ। ਅਗਲੀ ਕਾਰਵਾਈ ਵੀਰ ਤਰਲੋਚਨ ਸਿੰਘ ਜੀ ਕਰਨਗੇ। ਹੋਈਆਂ ਭੁੱਲਾਂ ਦੀ ਖਿਮਾ। ਗੱਜ ਕੇ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ ਗਿਆਨੀ ਜੀ। ਸਾਰਿਆਂ ਨੇ ਅੱਜ ਦੀ ਕਥਾ ਸੁਣ ਲਈ ਹੈ ਜੀ। ਪੌੜੀ 34 ਤੇ ਰਾਤੀ ਰੁੱਤੀ ਛਿੱਤੀ ਵਾਰ ਤੇ ਅਖੀਰ ਤਾਈਂ ਕੰਪਲੀਟ ਹੋ ਗਈ ਹੈ ਜੀ। ਤੇ ਉਹਦੇ ਵਿੱਚ ਕਿਸੇ ਨੇ ਵੀ ਕੋਈ ਸਵਾਲ ਪੁੱਛਣਾ ਹੋਵੇ ਅੱਜ ਦੀ ਕਥਾ ਦੇ ਵਿੱਚੋਂ, ਜਾਂ ਆਪਣਾ ਕੋਈ ਵਿਊ ਹੋਵੇ, ਉਹ ਤੁਸੀਂ ਅਨਮਿਊਟ ਹੋ ਕੇ ਉਹ ਪੁੱਛ ਸਕਦੇ ਆ, ਆਪਣੇ ਵਿਚਾਰ ਦੇ ਸਕਦੇ ਆ। ਤੇ ਸਾਡੇ ਨਾਲ ਜਸਵਿੰਦਰ ਸਿੰਘ ਜੀ ਤੇ ਅਰਵਿੰਦਰ ਸਿੰਘ ਜੀ ਦੋਨੋਂ ਹੀ ਆ। ਤੇ ਮੈਂ ਜਸਵਿੰਦਰ ਸਿੰਘ ਜੀ ਨੂੰ ਪਹਿਲਾਂ ਸਰੀ ਤੋਂ ਉਹਨਾਂ ਨੂੰ ਬੇਨਤੀ ਕਰਦਾ ਜੀ ਕਿ ਤੁਸੀਂ ਆਓ, ਆਪਣੇ ਜੋ ਵੀ ਪੁੱਛਣਾ ਪੁੱਛੋ। ਥੈਂਕ ਯੂ ਜੀ। ਹਾਂਜੀ ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ ਵੀਰ ਜੀ। ਭਾਈ ਸਾਹਿਬ, ਜਿੱਦਾਂ ਮੇਰਾ ਕੁਐਸਚਨ ਸੀ, ਜਿਹੜਾ ਆਪਾਂ ਪੰਜ ਪ੍ਰਵਾਨ, ਪੰਜ ਪ੍ਰਧਾਨ ਜਿੱਦਾਂ ਪਿਛਲੀ ਪੌੜੀ ਵਿੱਚ ਆ, ਪਰ ਉਹਦੇ ਨਾਂ ਨੇ ਥੱਲੇ ਔਂਕੜ ਨਹੀਂ ਹੈਗਾ। ਪਰ ਜਿਹੜਾ ਆਪਾਂ ਅੱਜ ਪੜ੍ਹਿਆ ਹੈਗਾ ਪੰਜ ਪ੍ਰਵਾਨ, ਇਹਦੇ ਨਾਂ ਨੇ ਥੱਲੇ ਔਂਕੜ, ਇਹਦੇ ਵਿੱਚ ਦੋਹਾਂ ਵਿੱਚ ਕੀ ਅੰਤਰ ਹੈਗਾ ਆ? ਕਿੱਥੇ ਜੀ? ਦੁਬਾਰਾ ਬੋਲੋ ਜਰਾ। ਹਾਂਜੀ, ਜਿਹੜਾ ਪੰਜ ਪ੍ਰਵਾਨ, ਜਿੱਦਾਂ ਪੰਜ ਪ੍ਰਵਾਨ, ਪੰਜ ਪ੍ਰਧਾਨ, ਜਿਹੜਾ ਉੱਥੇ ਪੰਜ ਪ੍ਰਵਾਨ ਆਇਆ ਹੈਗਾ, ਉਹਦੇ ਨਾਂ ਨੇ ਥੱਲੇ ਔਂਕੜ ਨਹੀਂ ਹੈਗਾ। ਪਰ ਇੱਥੇ ਜਿਹੜਾ ਆਪਾਂ ਤਿੱਥੇ ਸੁਹਣ ਪੰਜ ਪ੍ਰਵਾਨ, ਇਹ ਨਾਂ ਨੇ ਥੱਲੇ ਔਂਕੜ ਲਾ ਕੇ ਸਿੰਗਲਰ ਵਰਡ ਬਣ ਗਿਆ। ਪਰ ਇਹਨਾਂ ਪੰਜ ਪ੍ਰਵਾਨ ਵਿੱਚ ਇਹਨਾਂ ਵਿੱਚ ਕੀ ਅੰਤਰ ਹੈਗਾ? ਉਸ ਥਾਂ ਜਿਹੜਾ ਵਰਤਿਆ ਗਿਆ, ਇਸ ਥਾਂ ਜਿਹੜਾ ਵਰਤਿਆ ਗਿਆ। ਵੀਰ ਜੀ, ਮੈਨੂੰ ਹੁਣ ਥੋੜਾ ਦੇਖਣਾ ਪੈਣਾ ਪਿੱਛੇ ਜਾ ਕੇ, ਤੇ ਮੈਂ ਇਹ ਦੇਖ ਨਹੀਂ ਪਾਵਾਂਗਾ ਹੁਣ ਇੱਥੇ, ਤੇ ਮੈਂ ਤੁਹਾਨੂੰ ਇਹਦਾ ਕੱਲ ਨੂੰ ਦੱਸਦਾ ਫਿਰ। ਠੀਕ ਹੈ, ਕੱਲ ਨੂੰ ਹਜੇ ਮੈਂ ਕੰਮ ਤੇ ਹੋਣਾ। ਅੱਜ ਕੈਨੇਡਾ ਦੇ ਛੁੱਟੀ ਕਰਕੇ ਅੱਜ ਘਰ ਹੈਗੇ ਆ। ਹਾਂਜੀ, ਉਹ ਪਹਿਲਾਂ ਹੈ 16ਵੀਂ ਪੌੜੀ 'ਚ ਪਹਿਲਾ ਜਾਣਾ। ਮੈਂ ਕਿਹਾ ਤੁਸੀਂ ਗੱਲ ਕਰਦੇ ਹੋ 16ਵੀਂ ਪੌੜੀ 'ਚ ਪੰਜ ਪ੍ਰਵਾਨ, ਪੰਜ ਪ੍ਰਧਾਨ, ਨਾਂ ਨੇ ਥੱਲੇ ਹੈ ਨਹੀਂ ਔਂਕੜ। 16ਵੀਂ ਪੌੜੀ ਹੈ ਨਾ? ਹਾਂਜੀ, 16ਵੀਂ 'ਚ ਹੈ ਜੀ। ਤੇ ਚਲੋ ਵੀਰ ਜੀ, ਮੈਂ ਤੁਹਾਨੂੰ ਕੋਈ ਫੋਨ ਸਪੈਸ਼ਲ ਵੱਖਰਾ ਫੋਨ ਕਰਕੇ ਦੱਸ ਦੇਣਾ। ਉਹ ਮੈਨੂੰ ਫਿਰ ਵਾਪਸ ਜਾਣਾ ਪੈਣਾ ਤੇ ਉਹ ਲੱਭਣ 'ਚ ਪ੍ਰੋਬਲਮ ਆਏ। ਮੈਂ ਤੁਹਾਨੂੰ ਪਰਸਨਲ ਫੋਨ ਕਰਕੇ ਨਾ WhatsApp ਤੇ ਉੱਤੇ ਦੱਸ ਦਿੰਦਾ। ਠੀਕ ਹੈ, ਸ਼ੁਕਰੀਆ ਜੀ। ਥੈਂਕ ਯੂ। ਹਾਂਜੀ, ਮਿਹਰਬਾਨੀ ਹੈ ਜਸਵਿੰਦਰ ਸਿੰਘ ਜੀ। ਤੇ ਅਰਵਿੰਦਰ ਸਿੰਘ ਨੈਂਦਰਾ, ਤੁਸੀਂ ਕੁਝ ਪੁੱਛਣਾ ਤਾਂ ਪੁੱਛ ਲਓ। ਥੈਂਕ ਯੂ ਜੀ। ਭਾਈ ਸਾਹਿਬ, ਮੈਂ ਥੋੜਾ ਜਿਹਾ ਨਹੀਂ ਸੀ ਇੱਕ ਲਾਈਨ ਦਾ ਮੁੜ ਕੇ ਫਿਰ ਨਜ਼ਰੀ, ਤੁਸੀਂ ਕਿਹਾ ਸੀ ਨਜ਼ਰੀ ਉੱਥੇ ਬਿੰਦੀ ਨਹੀਂ ਲਾਉਣੀ, ਨਜ਼ਰੀ ਕਰਮ
ਪਵੇ ਨਿਸ਼ਾਨ, ਹਾਂਜੀ। ਉਹ ਥੋੜਾ ਦੱਸੋ ਕਿ ਨਦਰੀ ਇਹਦਾ ਮਤਲਬ ਸਰ ਮੈਂ ਨਦਰੀ ਦਾ ਮਤਲਬ ਨਦਰ ਦਾ ਮਾਲਕ, ਨਦਰ ਰਹਿਮਤ ਕਰਨ ਵਾਲਾ ਰੱਬ, ਨਦਰ ਦਾ ਮਾਲਕ। ਅੱਛਾ 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 ਹਾਂਜੀ। ਹਾਂਜੀ ਜੀ, ਚਲੋ ਠੀਕ ਹੈ ਤੇ ਕਰਮ ਦੇ ਮੰਮੇ ਨਾਲ ਸਿਹਾਰੀ ਦਾ ਮਤਲਬ ਕਰਮ ਰਾਹੀਂ, ਕਿਰਪਾ ਰਾਹੀਂ। ਜਿਹੜਾ ਰਹਿਮਤ ਦਾ ਮਾਲਕ ਹੈ ਉਹਦੀ ਰਹਿਮਤ ਰਾਹੀਂ, ਕਿਰਪਾ ਰਾਹੀਂ ਨਿਸ਼ਾਨ ਪੈਂਦਾ ਹੈ, ਭਾਵ ਉਹ ਗੁਣ ਉਹਦੇ ਅੰਦਰ ਚਮਕਦੇ। ਹਾਂ ਅੱਛਾ ਠੀਕ ਹੈ ਠੀਕ ਹੈ। ਅੱਛਾ ਜੀ, ਧੰਨਵਾਦ ਜੀ ਰਵਿੰਦਰ ਸਿੰਘ ਜੀ। ਤੇ ਹੋਰ ਤਾਂ ਸਾਡੇ ਨਾਲ ਇਸ ਵੇਲੇ ਨਹੀਂ ਜੀ ਕੋਈ ਵੀ ਮਿਊਟ ਹੋਇਓ, ਸੌਰੀ ਅਨਮਿਊਟ ਹੋਇਓ। ਜੇ ਹੋਣਾ ਕਿਸੇ ਨੇ ਤਾਂ ਹੁਣੇ ਹੋ ਜਾਓ ਜੀ, ਨਹੀਂ ਤਾਂ ਫਿਰ ਆਪਾਂ ਸਮਾਪਤੀ ਕਰ ਦਈਏ। ਤੇ ਇਹਦੇ ਵਿੱਚ ਸਾਰੀ ਸੰਗਤਾਂ ਦਾ ਜਿੰਨੀਆਂ ਵੀ ਜੁੜੀਆਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਤੇ ਤੁਸੀਂ ਹਿੱਸਾ ਲਿਆ ਅੱਜ ਦੇ ਵਿੱਚ। ਤੇ ਕੱਲ ਨੂੰ ਆਪਾਂ ਫਿਰ ਇਸੇ ਤਰ੍ਹਾਂ ਵਾਪਸ ਆਵਾਂਗੇ ਜੀ 2 ਵਜੇ। ਤੇ ਹੁਣ ਕੁਲਦੀਪ ਕੌਰ, ਸੌਰੀ ਹਾਂਜੀ ਕੁਲਦੀਪ ਕੌਰ ਤੁਸੀਂ। ਗਿਆਨੀ ਜੀ, ਹਾਂਜੀ। ਇਹ ਉਹਦੀ ਗੱਲ ਕਰਦੇ ਜਿਹਦੇ ਨਾ ਕਹਿੰਦੇ ਪੰਜ ਪ੍ਰਵਾਨ ਪੰਜ ਪ੍ਰਧਾਨ। ਹਾਂਜੀ ਉਹਦੀ ਗੱਲ ਕਰਦੇ ਜੀ। ਉਹਨਾਂ ਨੇ ਸਮਝ ਲਈ ਹੈ ਗੱਲ ਜੀ। ਹਾਂਜੀ ਮੈਂ ਸਮਝ ਲਿਆ। ਮੈਂ ਹਾਂਜੀ, ਦੇਖ ਕੇ ਫਿਰ ਮੈਂ ਦੱਸ ਦਿੰਦਾ। ਇੱਥੇ ਇੱਥੇ ਇੱਕ ਬਚਨ ਆ, ਉੱਥੇ ਪਲੂਰਲ ਹੈ। ਅੱਛਾ ਚਲੋ ਤੁਸੀਂ ਦੇਖ ਲਿਆ ਤਾਂ ਫਿਰ ਵੀਰ ਜੀ ਨੋਟ ਕਰ ਲਓ। ਹਾਂ, ਉੱਥੇ ਇੱਕ ਬਚਨ ਹੈ, ਇਹ ਪੰਜ ਪ੍ਰਵਾਨ ਜਿੱਥੇ ਨਾਣੇ ਦੇ ਔਂਕੜ ਨਹੀਂ ਹੈ ਉਹ ਪਲੂਰਲ ਹੈ। ਇਹ ਔਂਕੜ ਦੇ ਨਾਲ ਇਹ ਸਿੰਗੂਲਰ ਵਰਡ ਹੈ। ਠੀਕ ਹੈ ਜੀ, ਤੁਹਾਡਾ ਧੰਨਵਾਦ। ਜਸਵਿੰਦਰ ਸਿੰਘ ਜੀ ਨੋਟ ਕਰ ਲਓ। ਹਾਂਜੀ ਹਾਂਜੀ ਭਾਈ ਸਾਹਿਬ ਮੈਂ ਨੋਟ ਕਰ ਲਿਆ। ਭਾਈ ਆ ਪਲੂਰਲ ਬਚਨ ਵਰਤਿਆ ਗਿਆ, ਇਹਦਾ ਮੈਂ ਸਮਝਦਾ, ਮੈਨੂੰ ਇਹਦੀ ਅੰਡਰਸਟੈਂਡਿੰਗ ਨਹੀਂ ਹੋਈ। ਉਹਦਾ ਪਲੂਰਲ ਬਚਨ ਤੇ ਸਿੰਗੂਲਰ ਤਾਂ ਮੈਂ ਜਾਣ ਗਿਆ, ਚਲੋ ਪਰਮਾਤਮਾ ਦੇ ਜਿਹੜੇ ਪੰਜ ਪਲੂਰਲ ਦਾ ਮਤਲਬ ਹੈਗਾ ਜਿਵੇਂ ਅਸੀਂ 2 3 4 5 ਜਣੇ ਆ। ਹਾਂਜੀ। ਤੇ ਸਿੰਗੂਲਰ ਦਾ ਮਤਲਬ ਹੈ ਇਕੱਲੇ ਜਸਵਿੰਦਰ ਸਿੰਘ ਦੀ ਗੱਲ ਕਰ ਰਹੇ ਆ। ਠੀਕ ਤੇ ਹੈ। ਪਲੂਰਲ ਉਦੋਂ ਹੁੰਦਾ ਜਦੋਂ ਅਸੀਂ ਸਾਰੀ ਟੀਮ ਦੀ ਗੱਲ ਕਰ ਰਹੇ ਹਾਂ। ਠੀਕ ਹੈ ਠੀਕ ਹੈ। ਓਕੇ ਜੀ, ਧੰਨਵਾਦ ਸਾਰਿਆਂ ਦਾ ਬਹੁਤ ਬਹੁਤ। ਤੁਸੀਂ ਅੱਜ ਹਿੱਸਾ ਲਿਆ ਸਾਰੇ ਇਸ ਕਥਾ ਦੇ ਵਿੱਚ ਵੀ। ਜਿਨ੍ਹਾਂ ਨੇ ਵੀ ਸਵਾਲ ਪੁੱਛੇ ਉਹਨਾਂ ਦਾ ਬਹੁਤ ਧੰਨਵਾਦ। ਤੇ ਜੇ ਹਾਂਜੀ ਜੇ ਹੋਰ ਵੀ ਕਿਸੇ ਨੂੰ ਕੋਈ ਗੱਲਬਾਤ ਪੁੱਛਣੀ ਹੋਵੇ ਤਾਂ ਤੁਸੀਂ ਚਲੋ ਕੱਲ ਨੂੰ ਪੁੱਛ ਸਕਦੇ ਆ ਜੀ। ਹੁਣ ਤਾਂ ਕੋਈ ਅਨਮਿਊਟ ਨਹੀਂ ਹੈਗਾ। ਤੇ ਆਪਾਂ ਇੱਥੇ ਸਮਾਪਤੀ ਕਰਦੇ ਹਾਂ ਜੀ। ਧੰਨਵਾਦ ਸਾਰਿਆਂ ਦਾ। ਗਿਆਨੀ ਜੀ ਦਾ ਵੀ ਬਹੁਤ ਬਹੁਤ ਧੰਨਵਾਦ। ਸਿੰਘ ਜੀ ਸ਼ਾਇਦ ਕੋਈ ਕਰਨਾ ਚਾਹੁੰਦੇ ਨੇ ਗੱਲ। ਹਾਂਜੀ ਮੈਂ ਭਾਈ ਮੈਂ ਥੋੜਾ ਜਿਹਾ ਕਹਿਣਾ ਸੀ ਟੀਮ ਨੂੰ, ਐਕਚੁਅਲੀ ਟੀਮ ਨਾਲ ਗੱਲ ਕਰਨੀ ਸੀ ਕਿ ਜਿਹੜਾ ਆਪਾਂ ਕਿਹਾ ਸੀ ਨਾ ਕਿ ਇੱਕ ਓਂਕਾਰ ਕੇ ਰੱਬ ਦਾ ਕੀ, ਪੰਜਾਬੀ ਚ ਤਾਂ ਆਪਾਂ ਚਲੋ ਕਹਿ ਲਿਆ ਕਿ ਇੱਕ ਸਰਵ ਵਿਆਪਕ ਪਰਮ ਸੱਤਿਆ। ਤੇ ਟੀਮ ਨੂੰ ਪੁੱਛਣਾ ਕਿ ਤੁਸੀਂ ਇੰਗਲਿਸ਼ ਦਾ ਕਰ ਸਕਦੇ, ਕੋਈ ਟ੍ਰਾਂਸਲੇਟ ਭਲਾ ਕੋਈ ਸਾਰੀ ਟੀਮ ਨੂੰ। ਇੰਗਲਿਸ਼ ਬਾਰੇ ਮੈਨੂੰ ਇਹਦੇ ਬਾਰੇ ਮੈਂ ਦੱਸ ਨਹੀਂ ਪਾਵਾਂਗਾ ਕਿਉਂਕਿ ਮੈਨੂੰ ਇੰਗਲਿਸ਼ ਆਉਂਦੀ ਨਹੀਂ। ਹਾਂਜੀ ਜੇ ਕੋਈ ਵੀਰ ਐਕਸਪਲੇਨ ਕਰ ਸਕਦਾ ਤੇ ਮੈਂ ਵਰਡਿੰਗ ਦੁਬਾਰਾ ਬੋਲ ਦਿੰਦਾ ਵਾਂ। ਇੱਕ ਸਰਵ ਵਿਆਪਕ ਪਰਮ ਸੱਤਿਆ ਜਿਸ ਰਾਹੀਂ ਸੰਸਾਰ ਦੀ ਉਤਪਤੀ, ਲੈਤਾ, ਪਾਲਣਾ ਔਰ ਸੰਚਾਲਨ ਹੁੰਦਾ ਹੈ। ਹਾਂਜੀ ਮੈਂ ਲੈਤਾ ਦਾ ਦੇਖਿਆ ਸੀ ਡਿਕਸ਼ਨਰੀ। ਲੈਤਾ ਦਾ ਮਤਲਬ ਹੁੰਦਾ ਖਤਮ ਹੋਣਾ, ਵਿਨਾਸ਼। ਅੱਛਾ ਅੱਛਾ ਜੀ। ਲੈਤਾ ਦਾ ਮਤਲਬ ਮੌਤ ਸਮਝ ਲਓ। ਇੱਕੋ ਹੀ ਜੋ ਨਾਸ਼ ਤੇ ਪੈਦਾ ਤੇ ਨਾਸ਼। ਪਤੀ ਦਾ ਮਤਲਬ ਹੈਗਾ ਪੈਦਾ ਹੋਣਾ। ਪਾਲਣਾ ਦਾ ਮਤਲਬ ਪਾਲਣ, ਸੰਚਾਲਨ ਦਾ ਮਤਲਬ ਜੋ ਇਹ ਸਾਰਾ ਕੁਝ ਚੱਲ ਰਿਹਾ ਹੈ। ਤੇ ਲੈਤਾ ਦਾ ਮਤਲਬ ਹੈਗਾ ਕਿ ਖਤਮ ਹੋਣਾ। ਅੱਛਾ ਇਹ ਨਹੀਂ ਸੀ ਮੈਨੂੰ ਪਤਾ। ਅੱਛਾ ਜੀ। ਤੇ ਇੰਗਲਿਸ਼ ਦੇ ਵਿੱਚ ਇਹਨੂੰ ਕੋਈ ਜੇ ਕੋਈ ਟ੍ਰਾਂਸਲੇਟ ਕਰ ਸਕਦਾ ਤੁਹਾਡੇ ਵਿੱਚੋਂ ਤਾਂ ਉਹ ਕਰ ਦਿਓ। ਵੀਰ ਜੀ ਤਰਲੋਚਨ ਸਿੰਘ ਜੀ ਹੈਗੇ ਨੇ, ਜਾਂ ਵੀਰ ਗੁਰਮੁਖ ਸਿੰਘ, ਜਾਂ ਕੁਲਦੀਪ ਕੌਰ ਭੈਣ, ਜਾਂ ਭੈਣ ਪੁਨੀਤ ਕੌਰ ਜੇ ਹੈਗੇ ਨੇ ਸੂਦਨ, ਤਾਂ ਉਹ ਕਰ ਸਕਦੇ ਨੇ। ਵੈਸੇ ਮੈਂ ਪਰਮ ਸੱਤਿਆ ਦਾ ਮੈਂ ਬਣਾਇਆ ਸੀਗਾ ਸੁਪਰੀਮ ਪਾਵਰ, ਪਤਾ ਨਹੀਂ ਰਾਈਟ ਹੈ ਕਿ ਨਹੀਂ। ਹਾਂਜੀ ਸੁਪਰੀਮ ਪਾਵਰ ਕਹਿ ਸਕਦੇ ਤੁਸੀਂ। ਹਾਂਜੀ ਕੋਈ ਗੱਲ ਨਹੀਂ ਜੀ, ਜਿੱਦਾਂ ਵੀ ਤੁਸੀਂ ਸਮਝ ਲਿਆ ਉਹ ਠੀਕ ਹੀ ਆ। ਸਾਡਾ ਕੋਈ ਇਲਜ਼ਾਮ ਨਹੀਂ ਜੀ ਹੋਣਾ ਕਿਤੇ ਪਾਸੇ ਵੀ, ਇਸ ਕਰਕੇ ਜਿੱਥੇ ਵੀ ਆਪਾਂ ਠੀਕ ਹੀ ਆ ਤਕਰੀਬਨ। ਤੇ ਬੱਚੇ ਆ ਨਾ, ਉਹਨਾਂ ਦੇ ਬੱਚਿਆਂ ਨੂੰ ਸਮਝਾਉਂਦੇ ਆ। ਨਹੀਂ ਠੀਕ ਹੈ, ਮੈਂ ਸਮਝ ਗਿਆ ਜੀ ਉਹਨਾਂ ਦਾ ਪੁਆਇੰਟ ਸਮਝ ਗਿਆ। ਕੋਈ ਗੱਲ ਨਹੀਂ ਜੀ। ਹੋਰ ਵੀ ਕਿਸੇ ਨੂੰ ਦੱਸੋਗੇ ਨਾ ਵੀਰ ਜੀ। ਹਾਂਜੀ ਉਹ ਸੁਪਰੀਮ ਪਾਵਰ ਇਹ ਨਾ ਹੋਏ ਕਿ ਉੱਤੇ ਕਿਤੇ ਵੱਖਰੀ ਬੈਠੀ। ਸੁਪਰੀਮ ਪਾਵਰ ਦਾ ਮਤਲਬ ਜੋ ਸਮਾਈ ਹੋਈ ਹੈ ਜਰਰੇ ਜਰਰੇ ਵਿੱਚ ਸਾਡੇ ਅੰਦਰ। ਉਹ ਵੀ ਐਕਸਪਲੇਨ ਕਰਨੀ ਪੈਣੀ ਨਾਲੇ। ਹਾਂਜੀ ਸੁਪਰੀਮ ਪਾਵਰ, ਕਿਉਂਕਿ ਉਹਨਾਂ ਦੀ ਆਪਣੀ ਜਿਹੜੀ ਵਿਆਖਿਆ ਹੈ ਨਾ ਸੁਪਰੀਮ ਪਾਵਰ ਦੀ, ਉਹਦੇ ਵਿੱਚ ਫਿਰ ਸਾਡੇ ਨਾਲ ਹੋ ਸਕਦਾ ਮੈਚ ਨਾ ਕਰੇ। ਇਸ ਕਰਕੇ ਥੋੜਾ ਧਿਆਨ ਰੱਖਣਾ ਪੈਣਾ ਇਸ ਚੀਜ਼ ਦਾ। ਤੇ ਇਹ ਚੀਜ਼ ਧਿਆਨ ਰੱਖਣੀ ਜ਼ਰੂਰੀ। ਓਕੇ ਜੀ, ਧੰਨਵਾਦ ਸਾਰਿਆਂ ਦਾ ਬਹੁਤ ਬਹੁਤ। ਇੱਥੇ ਬੁਲਾਉਣਾ ਫਤਿਹ ਜੀ। ਕੱਲ ਨੂੰ ਮਿਲਦੇ 2 ਵਜੇ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।